KTV देखने वाले सारे ही दर्शकों को बहुत ही प्यार ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹੋ ਗਏ ਹਾਜ਼ਰ ਤੇ ਤੁਹਾਨੂੰ ਪਤਾ ਹੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੀਰ ਗੁਰਪਾਲ ਸਿੰਘ ਉੱਪਲ ਹੁਣੀ ਆਉਂਦੇ ਹੁੰਦੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਤੁਹਾਨੂੰ ਪਤਾ ਹੀ ਆ ਕਿ ਸਮੇਂ-ਸਮੇਂ ਤੇ ਗੌਰਮੈਂਟ ਦੇ ਵੱਲੋਂ ਕਾਨੂੰਨਾਂ ਦੇ ਵਿੱਚ ਅਦਲ ਬਦਲ ਕੀਤਾ ਜਾਂਦਾ ਆ, ਕੁਝ ਨਵੇਂ ਕਾਨੂੰਨ ਲਿਆਂਦੇ ਜਾਂਦੇ ਆ, ਕਿਸੇ ਦੇ ਵਿੱਚ ਸੁਧਾਰ ਕੀਤਾ ਜਾਂਦਾ ਆ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਸਖਤਾਈ ਬਹੁਤ ਹੁੰਦੀ ਜਾ ਰਹੀ ਆ, ਪਰ ਨਾਲ ਦੀ ਨਾਲ ਕਿਸੇ ਨਾ ਕਿਸੇ ਪਾਸਿਓਂ ਥੋੜ੍ਹੀ ਬਹੁਤੀ ਰਾਹਤ ਵੀ ਦਿੱਤੀ ਜਾਂਦੀ ਆ। ਕੀ ਹੋ ਰਿਹਾ ਆ, ਕੀ ਸਾਡੇ ਲਈ ਵਧੀਆ, ਕੀ ਸਾਡੇ ਲਈ ਮਾੜਾ ਤੇ ਕੀ ਕਰਨਾ ਚਾਹੀਦਾ, ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਵੀਰ ਗੁਰਪਾਲ ਸਿੰਘ ਹੁਣੀ ਉੱਪਰ ਸਾਡੇ ਕੋਲ ਇਨਫੋਰਮੇਸ਼ਨ ਦੇਣਗੇ। ਕੀ ਆ ਨਵਾਂ ਤੇ ਕੀ ਆ ਪੁਰਾਣਾ ਤੇ ਕੀ ਹੋਣ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਵੀਰ ਜੀ ਉਹਨਾਂ ਨੂੰ ਵਧਾਈਆਂ ਦਿੰਦੇ, ਕਿਉਂਕਿ 5 ਸਾਲ ਹੋ ਗਏ ਆ। 5 ਸਾਲਾਂ ਦੇ ਦੌਰਾਨ ਮੇਰਾ ਖਿਆਲ ਹੈ ਬਈ ਹੁਣ ਹਜ਼ਾਰਾਂ ਨਹੀਂ ਲੱਖਾਂ ਨਹੀਂ, ਹੁਣ ਤਾਂ ਮੇਰਾ ਖਿਆਲ ਹੈ ਵੀ ਲੱਖਾਂ ਤੋਂ ਵੀ ਉੱਪਰ ਦੀ ਜਿਹੜੀ ਗਿਣਤੀ ਆ ਵੱਧ ਚੁੱਕੀ ਆ ਸਟੇਟਲੈਸ ਦੇ ਕੇਸਾਂ ਦੀ। ਤੇ ਉਹਦੇ ਵਿੱਚ ਕਿੰਨੇ ਘਰਾਂ ਦੇ ਵਿਹੜੇ ਦੇ ਵਿੱਚ ਉਹ ਇਸ ਸਟੇਟਲੈਸ ਦੇ ਕੇਸ ਨੇ ਖੁਸ਼ੀਆਂ ਦਾ ਦੀਵਾ ਜਗਾਇਆ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਆਪ ਹੀ ਪਤਾ ਹੈਗਾ। ਇਕੱਲੇ ਪੰਜਾਬੀ ਭਾਈਚਾਰੇ ਦੇ ਲਈ ਨਹੀਂ, ਹਰ ਇੱਕ ਕਮਿਊਨਿਟੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਸ ਸਟੇਟਲੈਸ ਦੀ ਵਿਨ ਨੇ, ਜਿੱਥੇ ਕਿਉਂਕਿ ਸਿਹਰਾ ਜਿਹੜਾ ਆ ਉਹ ਟੀਮ ਦੇ ਸਿਰ ਜਾਂਦਾ ਆ, ਪਰ ਇਹ ਹੁੰਦਾ ਕਿ ਜਦੋਂ ਕੋਈ ਮੋਹਰੇ ਹੋ ਕੇ ਕਦਮ ਚੱਕਦਾ ਆ ਤੇ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ। ਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਇਹ ਸਿਹਰਾ ਵੀਰ ਗੁਰਪਾਲ ਸਿੰਘ ਉੱਪਲ ਤੇ ਉਹਨਾਂ ਦੀ ਟੀਮ ਦੇ ਸਿਰ ਵੱਜਿਆ। ਸਭ ਤੋਂ ਪਹਿਲਾਂ ਤਾਂ ਵੀਰ ਜੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਆ, ਬਾਅਦ ਚ ਵਧਾਈਆਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਤੇ ਨਾਲ ਸਾਡੇ ਸਾਰੇ KTV ਦੇ ਦਰਸ਼ਕ ਜਿੱਥੇ ਵੀ ਹੋਣਗੇ ਮੇਰੇ ਹੁਣ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਵੀਰ ਜੀ, ਤੇ ਆਪਾਂ ਗੱਲ ਕਰੀ ਦਿੱਤੀ ਆ ਕਿ 5 ਸਾਲ ਹੋ ਗਏ ਸਟੇਟਲੈਸ ਦਾ ਕੇਸ ਜਿੱਤਿਆਂ ਨੂੰ। ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਭਾਜੀ। ਨਹੀਂ ਥੈਂਕ ਯੂ ਸਤਿ। ਮੈਂ ਨਾਲ ਆਪਣੇ ਸਾਰੇ ਦੇਖਣ ਵਾਲੇ ਜਿੰਨੇ ਵੀ ਵਕੀਲ ਹੈਗੇ ਸਾਡੇ ਭਰਾ, ਜਿੰਨੇ ਵੀ ਲੋਕਾਂ ਨੇ ਸਟੇਟਲੈਸ ਨੂੰ ਅਪਣਾਇਆ ਹੈਗਾ, ਸਾਨੂੰ ਮੈਂ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਕਰਨਾ ਚਾਹੁੰਦਾ ਹੈਗਾ। ਯੈਸ 28 ਫਰਵਰੀ 2017 ਇਹ ਇੱਕ ਡੇਟ ਮੈਂ ਕਹੂੰਗਾ ਮੇਰੀ ਸਾਰੀ ਜ਼ਿੰਦਗੀ ਨਹੀਂ ਮੈਂ ਚੇਤਾ ਭੁੱਲੂੰਗਾ, ਬਿਕਾਜ਼ ਇਹੋ ਡੇਟ ਸੀ ਜਿਸ ਵਕਤ ਆਪਾਂ MK ਦਾ ਕੇਸ ਲੈ ਕੇ ਗਏ ਸੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜੱਜ ਓਕਲਟਨ, ਜੋ ਮੈਂ ਕਹੂੰਗਾ ਪ੍ਰੋਬਬਲੀ ਵਨ ਆਫ ਦ ਮੋਸਟ ਸਟ੍ਰਿਕਟੈਸਟ ਹਾਰਡੈਸਟ ਹਾਈ ਕੋਰਟ ਦੇ ਜੱਜਿਸ ਹੈ ਜਿਹਦੇ ਸਾਹਮਣੇ ਆਪਾਂ ਪੇਸ਼ ਹੋ ਸਕਦੇ ਹੈਗੇ ਹਾਂ। ਤਾਂ ਉਸ ਦਿਨ ਸਟੇਟਲੈਸ ਦੀ ਸੁਣਾਈ ਹੋਈ ਸੀ, ਪੂਰੀ ਤਿਆਰੀ ਲੱਗ ਗਈ ਸੀ। ਐਲੈਕਸ ਪ੍ਰੈਟ ਸਾਡਾ ਬੈਰਿਸਟਰ ਸਾਡੇ ਨਾਲ ਗਿਆ ਸੀ, ਸਾਡੀ ਨਾਲ ਲੀਗਲ ਟੀਮ ਵੀ ਤਿਆਰ ਹੋਈ ਸੀ, ਗਏ ਸੀ। MK ਤੇ ਨਾਲ MK ਦੇ ਮਾਪੇ ਵੀ ਗਏ ਸੀ। ਤਾਂ ਸੁਣਾਈ ਦੇ ਵਕਤ ਜਿੰਨੇ ਸਵਾਲ ਜਵਾਬ ਪਾਏ ਗਏ ਸੀ, ਜਿੰਨੀ ਖੋਜ ਹੋਈ ਸੀ, ਜਿੰਨੀ ਆਪਾਂ ਮੈਂ ਕਹਾਂਗਾ ਉਹ ਤੱਕ ਤਿਆਰੀ ਕੀਤੀ ਗਈ ਸੀ, ਬਿਕੋਜ਼ ਬੇਸ਼ੱਕ ਇੱਕ ਦਿਨ ਦੀ ਤਿਆਰੀ ਦੇ ਸਾਹਮਣੇ ਪੇਸ਼ ਹੋਈ ਸੀ, ਉਹਦੇ ਪਿੱਛੇ ਜਿਹਦੇ ਦਿਨ ਗਏ ਸੀ, ਜਿੰਨੇ ਘੰਟੇ ਆਪਾਂ ਲਾਏ ਸੀ ਕੇਸ ਨੂੰ ਅੱਗੇ ਲੈ ਕੇ ਜਾਣ ਵਾਸਤੇ। ਬਿਕੋਜ਼ MK ਇਕੱਲੇ ਨਹੀਂ ਸੀ, ਇਹਦੇ ਨਾਲ 25 ਫੈਮਲੀਜ਼ ਟੋਟਲ ਸੀ, 24 ਫੈਮਲੀਆਂ ਹੋਰ ਵੀ ਸੀ ਜੀ, 24 ਹੋਰ ਵੀ ਬੱਚੇ ਸੀ ਜਿਹਨਾਂ ਆਪਾਂ ਟੈਸਟ ਕੇਸ ਲੈ ਕੇ ਗਏ ਸੀ ਉਸ ਤਰੀਕ ਤੱਕ ਲੈ ਕੇ ਪਹੁੰਚਣ ਤੱਕ। ਤਾਂ ਜਿੰਨਾਂ ਆਪਾਂ ਗਏ ਸੀ ਹੋਇਆ ਕੀ ਸੀ, ਪਹਿਲਾਂ ਤਾਂ ਆਪਾਂ ਕੇਸ ਪੇਸ਼ ਕੀਤੇ ਸੀ ਸਟੇਟਲੈਸ ਤੇ। ਸਟੇਟਲੈਸ ਕੇਸ ਜਦੋਂ ਪੇਸ਼ ਕੀਤੇ ਗਏ ਸੀ ਨਾ ਹੋਈ ਸੀ, ਨਾ ਦੇ ਬਾਅਦ 'ਚ ਫਿਰ ਅਪੀਲ ਦਾ ਸਾਨੂੰ ਹੱਕ ਤਾਂ ਹੈ ਨਹੀਂ ਸੀ, ਸਾਨੂੰ ਅੱਗੇ ਰਿਵਿਊ ਹਾਈ ਕੋਰਟ ਤੱਕ ਲੈ ਕੇ ਜਾਣ ਵਾਸਤੇ ਜੁਡੀਸ਼ੀਅਲ ਰਿਵਿਊ ਦਾ ਐਪਲੀਕੇਸ਼ਨ ਦਰਜ ਕਰਨੀਆਂ ਪਈਆਂ। ਤਾਂ ਉਸ ਵਕਤ ਜਿੰਨੇ ਵੀ ਉਹ 25 ਫੈਮਲੀਆਂ ਸੀ ਹਰ ਇੱਕ ਨੂੰ ਪਤਾ ਸੀ ਨਾ ਹੋਣੀ ਹੈਗੀ ਆ, ਕਿ ਨਾ ਹੋਈ ਅਪੀਲ ਵੀ ਕਰਨੀ ਹੋਈ ਸੀ, ਅਪੀਲ ਵੀ ਹਾਈ ਕੋਰਟ 'ਚ ਹੋਣੀ ਸੀ। ਅਤੇ ਇਹ ਵੀ ਸ਼ਾਇਦ ਪਤਾ ਸੀ ਸ਼ਾਇਦ ਆਪਾਂ ਜਿੱਤਣਾ ਨਹੀਂ ਹੈਗਾ। ਇੱਕ ਕਿਸਮ 'ਚ ਇਹ ਵੀ ਤਿਆਰ ਕੀਤਾ ਗਿਆ ਸੀ ਕਿ ਨਹੀਂ ਜਿੱਤੇ ਆ ਖਾਰ ਵੀ ਹੋ ਸਕਦੀ, ਪਰ ਟਰਾਈ ਕਰਨਾ ਮੈਂ ਕਹਿੰਦਾ ਸਾਡਾ ਇੱਕ ਫਰਜ਼ ਵੀ ਬਣਦਾ ਹੈ। ਸਾਨੂੰ ਹਿੰਮਤ ਵੀ ਚਾਹੀਦੀ ਹੈਗੀ ਕੇਸ ਨੂੰ ਚੈਲੰਜ ਕਰਨ ਵਾਸਤੇ। ਖੋਜ ਕੀਤੀ ਸੀ, ਜਿੰਨੀ ਰੀਸਰਚ ਕਰ ਸਕਦੇ ਸੀ ਕੀਤੀ ਸੀ। ਇੰਡੀਅਨ ਲਾਅ, UK ਦਾ ਲਾਅ, UN ਕਨਵੈਨਸ਼ਨ ਲਾਅ, ਆਪਾਂ ਜੋ ਇਹ ਗੱਲ ਕਰੀਏ ਹੈਗੀ ਇਹ ਸਿਰਫ ਇੱਕ ਕਾਨੂੰਨ ਨਹੀਂ ਸੀ ਜੋ ਮੁੜੇ ਪੇਸ਼ ਕੀਤਾ ਗਿਆ ਸੀ। ਲੋਕਾਂ ਨੂੰ ਸ਼ਾਇਦ ਹਾਲੇ ਤੱਕ ਇਹ ਨਹੀਂ ਚੇਤਾ ਜਾਂ ਹਾਲੇ ਤੱਕ ਇਹ ਨਹੀਂ ਧਿਆਨ ਹੋਣਾ ਲੋਕਾਂ ਦੇ ਮਨ ਦੇ ਵਿੱਚ, ਇਹ ਕੇਸ ਜੋ ਕੀਤਾ ਸੀ ਇੱਕ ਇਮੀਗ੍ਰੇਸ਼ਨ ਰੂਲਸ ਹਿੰਟਾਂ ਨਹੀਂ ਕੀਤਾ ਸੀ, ਇੱਕ ਨੈਸ਼ਨੈਲਿਟੀ, ਇੱਕ ਬ੍ਰਿਟਿਸ਼ ਨੈਸ਼ਨੈਲਿਟੀ ਦਾ ਕਾਨੂੰਨ ਜੋ 1980 ਦਾ ਤਿਆਰ ਕੀਤਾ ਗਿਆ ਸੀ, ਆਪਾਂ ਉਹਨੂੰ ਅੱਗੇ ਲੈ ਕੇ ਜਾ ਰਹੇ ਸੀ। ਸ਼ਾਇਦ ਅੱਜ ਤੱਕ ਮੈਨੂੰ ਹਾਲੇ ਵੀ ਚੇਤਾ ਹੈਗਾ ਜਦੋਂ ਲੋਕ ਸਵਾਲ ਪੁੱਛਦੇ ਸੀ ਬਾਕੀ ਵਕੀਲਾਂ ਨੂੰ ਜੋ TV ਤੇ ਹੁੰਦੇ ਸੀ, ਲੋਕਾਂ ਨੇ ਇਹ ਕਿਹਾ ਸੀ ਇੱਕ 7 ਸਾਲ ਦਾ ਬੱਚਿਆਂ ਦਾ ਕਾਨੂੰਨ ਹੈਗਾ ਤਾਂ ਇੱਕ 10 ਸਾਲ ਦਾ ਵੀ ਕਾਨੂੰਨ ਹੈਗਾ, ਪਰ ਗੁਰਪਾਲ ਨੇ ਇੱਕ ਗੱਲ ਸ਼ੁਰੂ ਕੀਤੀ ਗਈ ਸ਼ਾਇਦ ਇੱਕ 5 ਸਾਲ ਦਾ ਵੀ ਇੱਕ ਕਾਨੂੰਨ ਨਵਾਂ ਨਿਕਲਿਆ ਹੈਗਾ। ਵੈਸੇ ਕਾਨੂੰਨ ਤਾਂ ਨਵਾਂ ਹੀ ਸੀ, ਨਵਾਂ ਕਹਿ ਸਕਦੇ ਹੈਗੇ, ਵੈਸੇ ਤਾਂ 1980 ਦਾ ਤਿਆਰ ਕੀਤਾ ਗਿਆ ਸੀ, ਪਰ ਲੋਕਾਂ ਨੂੰ ਉਸ ਵਕਤ ਇਹ ਚੇਤਾ ਭੁੱਲ ਗਿਆ ਸੀ ਮੈਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਗੱਲਾਂ ਨਹੀਂ ਕਰਦਾ ਸੀ, ਮੈਂ ਇੱਕ ਨੈਸ਼ਨੈਲਿਟੀ ਦੀ ਗੱਲ ਕਰਦਾ ਸੀ। ਨੈਸ਼ਨਲਿਟੀ ਦਾ ਸਾਨੂੰ ਕੀ ਫਾਇਦਾ ਸੀ, ਕਿਸੇ ਕਿ ਬੱਚੇ ਦੀ ਨੈਸ਼ਨੈਲਿਟੀ ਬ੍ਰਿਟਿਸ਼ ਹੋ ਜਾਵੇ ਫਿਰ ਉਹਦੇ ਮਾਪਿਆਂ ਨੂੰ ਵੀ ਹੱਕ ਹੈਗਾ ਸੀ ਰਹਿਣ ਵਾਸਤੇ। ਤਾਂ ਕੇਸ ਬਹੁਤ ਸਿੰਪਲ ਸੀ, ਬੱਚਾ ਜਿਹਦਾ ਜਨਮ UK 'ਚ ਹੋਇਆ ਹੈਗਾ, ਜਿਹਦੇ ਮਾਪੇ ਇੱਥੇ ਰਹਿੰਦੇ ਹੈਗੇ ਆ ਪਰ ਕੱਚੇ ਆ, ਓਵਰਸਟੇ ਹੋਏ ਹੈਗੇ, ਇੰਡੀਆ ਤੋਂ ਆਏ ਹੈਗੇ ਆ, ਜਿਸ ਮਾਪੇ ਨੇ ਹਾਲੇ ਤੱਕ ਬੱਚੇ ਦਾ ਪਾਸਪੋਰਟ ਨਹੀਂ ਬਣਾਇਆ। ਤਾਂ ਪਾਸਪੋਰਟ ਕਿਉਂ ਨਹੀਂ ਬਣਾਇਆ, ਬਿਕਾਜ਼ ਪਾਸਪੋਰਟ ਬਣਾਉਣ ਵਾਸਤੇ ਪਹਿਲਾਂ ਤਾਂ ਇੰਡੀਅਨ ਹਾਈ ਕਮਿਸ਼ਨ ਦਾ ਜਾ ਕੇ ਫਾਰਮ ਭਰਨਾ ਹੁੰਦਾ ਆ। ਫਾਰਮ ਹੈ ਕਿ ਸਾਲ ਦੇ ਵਿੱਚ ਨਹੀਂ ਭਰਦੇ ਰਜਿਸਟ੍ਰੇਸ਼ਨ ਕਰਾਉਣ ਵਾਸਤੇ, ਫਿਰ ਸਾਨੂੰ ਪਰਮਿਸ਼ਨ ਲੈਣੀ ਹੁੰਦੀ ਸੀ। ਪਰ ਪਰਮਿਸ਼ਨ ਕੌਣ ਲੈਂਦਾ ਹੈਗਾ, ਕਿਹਨੂੰ ਪ੍ਰੋਸੀਜਰ ਦਾ ਪਤਾ। ਇਨਫੈਕਟ ਮੈਂ ਅੱਜ ਵੀ ਪੁੱਛਦਾ
ਕਿ ਕਿਸੇ ਇੰਡੀਅਨ ਬੱਚੇ ਦਾ ਜਨਮ ਯੂਕੇ 'ਚ ਹੁੰਦਾ ਜਿਹਦੇ ਮਾਪੇ ਇੰਡੀਆ ਤੋਂ ਆਏ ਹੈਗੇ ਆ, ਉਹਨੂੰ ਪ੍ਰੋਸੀਜਰ ਦਾ ਪਤਾ ਹੈ ਜਾਂ ਨਹੀਂ ਹੈਗਾ। ਤਾਂ ਜੇ ਮੈਂ ਖੋਜ ਕੀਤੀ ਤਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਇੰਡੀਅਨ ਹਾਈ ਕਮਿਸ਼ਨ ਦਾ ਕਾਨੂੰਨ ਕੀ ਕਹਿੰਦਾ ਹੈਗਾ, ਇੰਡੀਅਨ ਸਿਟੀਜ਼ਨਸ਼ਿਪ ਐਕਟ ਕੀ ਕਹਿੰਦੀ ਹੈਗੀ ਆ, ਤਾਂ ਫਿਰ ਜਾ ਕੇ ਪਤਾ ਲੱਗਾ ਕਿੰਨੀ ਸਖਤਾਈ ਇੰਡੀਆ ਵੱਲੋਂ ਵੀ ਆ ਰਹੀ ਸੀ। ਸਖਤਾਈ ਤਾਂ ਹੋਰ ਵੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਕੋਸ਼ਿਸ਼ ਕੀਤੀ ਸੀ ਇੰਡੀਅਨ ਹਾਈ ਕਮਿਸ਼ਨ ਨਾਲ ਇਨਫੋਰਮੇਸ਼ਨ ਲੈਣ ਵਾਸਤੇ, ਈਮੇਲ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਵਾਬ ਨਹੀਂ ਮਿਲਦਾ ਹੈਗਾ। ਇਨਫੈਕਟ ਅੱਜ ਵੀ ਕਈ ਵਾਰੀ ਪ੍ਰੋਬਲਮਸ ਪੈ ਰਹੀ ਹੈਗੇ, ਜਦੋਂ ਲੋਕ ਆਪਣੇ ਇੰਡੀਅਨ ਪਾਸਪੋਰਟ ਜਾਂਦੇ ਰਿਨਿਊ ਕਰਾਉਣ ਵਾਸਤੇ ਇਨਕੁਆਇਰੀ ਹੋ ਜਾਂਦੀ ਹੈਗੀ ਆ, ਇਨਕੁਆਇਰੀ ਪੈਂਡਿੰਗ ਹੋ ਜਾਂਦੀ ਹੈਗੀ ਆ, ਇੰਡੀਆ ਤੱਕ ਇਨਕੁਆਇਰੀ ਚੱਲਦੀ ਹੈ, ਜਵਾਬ ਤਾਂ ਛੇਤੀ ਮਿਲਦੇ ਨਹੀਂ ਹੈਗੇ। ਇਨਫੈਕਟ ਇਹ ਸਾਰੀ ਜੋ ਖੋਜ ਈਮੇਲਾਂ ਗਾਂਹ ਪਿਛਾਂ ਮੇਰੀਆਂ ਜਾਣੀਆਂ ਸੀ ਇੰਡੀਅਨ ਹਾਈ ਕਮਿਸ਼ਨ, ਇਹੀ ਐਂਡ ਤੇ ਜਾ ਕੇ ਸਾਡੇ ਹੈਲਪ ਆਈ, ਇਹੀ ਗਿਣਤੀ 'ਚ ਆਈ ਸੀ ਜਦੋਂ ਜੱਜ ਓਕਲੈਂਡ ਦੇ ਸਾਹਮਣੇ ਜਦੋਂ ਖੋਜ ਕੀਤੀ, ਜਦੋਂ ਦੇਖਿਆ ਇੰਡੀਅਨ ਸਿਟੀਜ਼ਨਸ਼ਿਪ ਐਕਟ ਕੀ ਕਹਿ ਰਹੀ ਹੈਗੀ ਆ, ਯੂਕੇ ਦਾ ਕਾਨੂੰਨ ਕੀ ਕਹਿ ਰਿਹਾ ਹੈਗਾ। ਤਾਂ ਨਾਲ ਜੋ ਅੱਗੇ ਮੈਂ ਕਹਿੰਦਾ ਇੱਕ ਇੰਟਰਨੈਸ਼ਨਲ ਜੋ ਲਵਜ਼ ਹੈਗਾ ਸਟੇਟਲੈਸ, ਬਿਕੋਜ਼ ਅੱਜ ਦੇ ਵਕਤ ਮੈਂ ਇਹ ਕਹੂੰਗਾ ਸਤੀ ਹੁਣ ਤਾਂ ਹਰ ਇੱਕ ਕਹਿੰਦਾ ਸਟੇਟਲੈਸ। ਉਸ ਵਕਤ ਬਹੁਤ ਘੱਟ ਲੋਕ ਸੀ ਜੋ ਸਟੇਟਲੈਸ ਲਫ਼ਜ਼ ਹੀ ਵਰਤਦੇ ਸੀ ਜੀ। ਮਗਰ ਹੋਇਆ ਕਿ ਜਦੋਂ ਬੈਂਸ ਕੀਤੀ, ਜਦੋਂ ਆਰਗੂਮੈਂਟਸ ਪੇਸ਼ ਹੋਏ ਹੈਗੇ ਆ, ਤਾਂ ਹਲੇ ਵੀ ਮੈਂ ਕਹੂੰਗਾ ਜੂਨ ਤੱਕ ਮੈਨੂੰ ਵੇਟ ਕਰਨੀ ਪਈ। ਪਰ ਮਨ 'ਚ ਇਹ ਸੀ ਪਰ ਜਿੰਨਾ ਵੀ ਆਪਾਂ ਨੱਠ ਭੱਜ ਜਿੰਨੀ ਵੀ ਆਪਾਂ ਤਿਆਰੀ ਕੀਤੀ ਸੀ ਉਸ ਸਮੇਂ ਤੱਕ ਆਉਣ ਵਾਸਤੇ, ਤਾਂ ਸਮਾਂ ਸਾਡਾ ਲੱਗ ਗਿਆ ਸੀ ਤਕਰੀਬਨ ਸਾਲ ਦੇ ਤਕਰੀਬ ਛੁੱਟੀਆਂ ਕਰਦੇ ਨੂੰ, ਲੋਕਾਂ ਨੂੰ ਤਸੱਲੀ ਦੇਣ ਵਾਸਤੇ ਕੇਸ ਹੋ ਸਕਦਾ ਹੈਗਾ। ਫਿਰ ਉਹਦੀ ਲੀਗਲ ਟੀਮ ਤਿਆਰੀ ਕਰਾਉਣ ਦੀ ਜੋ ਕਾਨੂੰਨੀ ਬੈਂਸ ਸੀ, ਵਿਟਨੈਸ ਸਟੇਟਮੈਂਟਸ ਤਿਆਰ ਕਰਨੇ ਸੀ। ਤੇ ਇੱਥੇ ਤੱਕ ਮੈਨੂੰ ਪਤਾ ਹੈਗਾ ਸਰਕਾਰ ਵੱਲੋਂ ਵੀ ਤੇ ਇੰਡੀਅਨ ਹਾਈ ਕਮਿਸ਼ਨ ਆਪ 'ਚ ਵੀ ਇਹਨਾਂ ਦੀ ਗੱਲਬਾਤ ਹੋਈ ਸੀ ਦੇਖਣ ਵਾਸਤੇ ਇਹਦਾ ਕਾਨੂੰਨ ਕੀ ਕਹਿ ਰਿਹਾ ਹੈਗਾ, ਕਾਨੂੰਨ ਦੇ ਵਿੱਚ ਸਿਟੀਜ਼ਨਸ਼ਿਪ ਐਕਟ ਦਾ ਕੀ ਰੋਲ ਹੈਗਾ। ਤੇ ਇਹ ਸਾਰੀਆਂ ਚੀਜ਼ਾਂ ਬਾਅਦ 'ਚ ਫਿਰ ਗੱਲਾਂ ਮੋੜੀਆਂ ਆਈਆਂ ਹੈਗੀਆਂ ਸੀ। ਪਰ ਜੋ ਵੀ ਆਪਾਂ ਨੱਠ ਭੱਜ ਕੀਤੀ ਸੀ, ਜੋ ਵੀ ਮੈਂ ਕਹੂੰਗਾ ਦੁੱਖ ਤਕਲੀਫ ਮੇਰੀ ਟੀਮ ਨੇ ਸਹਿ ਸੀ, ਅੱਜ ਸਾਡੇ ਚਿੱਤੇ ਭੁੱਲ ਗਏ ਹੈਗੇ। ਤਾਂ ਜਦੋਂ 5 ਸਾਲ ਪੂਰੇ ਹੋਏ ਮਨ 'ਚ ਫੇਰ ਹੋਈ ਦਿਨ ਚਿੱਤੇ ਹੁੰਦੇ ਸੀ ਜਦੋਂ ਸਾਨੂੰ ਜਵਾਬ ਆਇਆ ਸੀ, ਜਦੋਂ ਡਿਸੀਜਨ ਆਇਆ ਸੀ। ਤਾਂ ਅੱਜ ਦੇ ਵਕਤ ਜਿਹਨੂੰ ਲੋਕ ਆ ਕੇ ਮੈਨੂੰ ਵਧਾਈਆਂ ਦਿੰਦੇ ਹੈਗੇ, ਖੁਸ਼ੀਆਂ ਮਨਾਉਂਦੇ ਹੈਗੇ, ਕਹਿਣ ਵਾਸੀ ਤੁਹਾਡੇ ਇੱਕ ਹੀ ਕੇਸ ਦੇ ਨਾਲ ਪਰ ਨਹੀਂ ਕਿੰਨੇ ਲੋਕਾਂ ਦੇ ਕੇਸਿਸ ਅੱਗੇ ਗਏ ਹੈਗੇ ਆ, ਬੇਸ਼ੱਕ ਮੇਰੇ ਰਾਹੀਂ ਨਹੀਂ ਕੀਤੇ ਹੈਗੇ, ਤੁਸੀਂ ਆਪਣੇ ਵਕੀਲ ਰਾਹੀਂ ਕੀਤੇ ਆ। ਤਾਂ ਦੁੱਖ ਸਿਰਫ ਮੈਂ ਕਹਿੰਦਾ ਅੱਜ ਇਹ ਲੱਗਦਾ ਹੈਗਾ ਜਦੋਂ ਲੋਕ ਫੋਨ ਕਰਕੇ ਹੱਲੇ ਵੀ ਮੈਨੂੰ ਇੱਕ ਚੀਜ਼ ਕਹਿੰਦੇ ਵਾਰ-ਵਾਰ, ਸੁਣਿਆ ਇਹ ਬੰਦ ਹੋ ਗਿਆ, ਸੁਣਿਆ ਟਿਕਟੋਕ ਤੇ ਕਿਸ ਨੇ ਕਹਿਤਾ ਹੈਗਾ ਇਹ ਹੁਣ ਕੇਸ ਹੁਣ ਚੱਲਦੇ ਨਹੀਂ ਹੈਗੇ। ਪੋਜ਼ੀਟਿਵ ਰਹੋ ਜੀ, ਮੈਨੂੰ ਪਤਾ ਜਦੋਂ ਲੋਕਾਂ ਨੂੰ ਇਹ ਕੇਸ ਜਿੱਤੇ ਗਏ ਉਹ ਕਿੰਨੇ ਖੁਸ਼ ਹੈਗੇ ਆ, ਤੇ ਜਿਹਨੇ ਹਲੇ ਤੱਕ ਕੇਸ ਕਰਨੇ ਹੈਗੇ ਉਹ ਵੀ ਇੱਕ ਉਮੀਦ 'ਚ ਰਹੇ ਹੈਗੇ ਸਾਡਾ ਵੀ ਇੱਕ ਦਿਨ ਸਾਡਾ ਵੀ ਆਊਗਾ ਜਿਹਦੇ ਵਿੱਚ ਸਾਡਾ ਬੱਚਾ ਬ੍ਰਿਟਿਸ਼ ਪਾਸਪੋਰਟ ਲਊਗਾ, ਤਾਂ ਉਹਦੇ ਬਾਅਦ ਸਾਨੂੰ ਵੀ ਹੱਕ ਮਿਲੂਗਾ ਇੱਥੇ ਰਹਿਣ ਵਾਸਤੇ। ਸੋ ਪੋਜ਼ੀਟਿਵ ਰਹਿਣਾ ਮੈਂ ਕਹਿੰਦਾ ਹਮੇਸ਼ਾ ਸਾਡੇ ਮੈਂ ਕਹਿੰਦਾ ਇੱਕ ਜ਼ਿੰਮੇਵਾਰੀ ਵੀ ਬਣਦੀ ਹੈਗੀ ਰਹਿਣ ਵਾਸਤੇ, ਤਾਂ ਲੋਕਾਂ ਨੂੰ ਵੀ ਹੱਲ ਛੇੜੇ ਦੇਣ ਵਾਸਤੇ। ਨੈਗੇਟਿਵ ਗੱਲਾਂ ਮੈਂ ਹੱਲੇ ਵੀ ਕਹਿੰਦਾ ਲੋਕਾਂ ਨੂੰ ਇਹ ਨਾ ਫੋਲਿਆ ਕਰੋ, ਕਿਸੇ ਦੇ ਵਿੱਚ ਸਿਰਫ ਆਪਾਂ ਡਾਊਨ ਹੋਣੇ ਹੈਗੇ, ਤਾਂ ਡਾਊਨ ਹੀ ਆਪਾਂ ਰਹਿਣਾ ਚਾਹੁੰਦੇ ਹਾਂ। ਬਿਲਕੁਲ, ਮੇਰਾ ਖਿਆਲ ਹੈ ਵੀ ਹੁਣ ਤਾਂ ਭਾਜੀ ਹੁਣਾਂ ਨੇ ਆਪਣੇ ਕੇਸ ਦੀ ਵੀ ਐਪਲੀਕੇਸ਼ਨ ਪਾਤੀ ਹੋਣੀ, ਕਿਉਂਕਿ 5 ਸਾਲ ਹੋ ਗਿਆ ਸਟੇਟਲੈਸ ਕੇਸ ਨੂੰ ਸਟੇਟਲੈਸ ਹੋਇਆ ਆ, ਹੁਣ ਤਾਂ ਪੱਕੀ ਸਿਟੀਜ਼ਨਸ਼ਿਪ ਕੇਸ ਨੂੰ ਵੀ ਮਿਲ ਗਈ ਆ। ਇਸੇ ਗੱਲ ਤੇ ਯਕੀਨ ਕਰ ਲਓ ਕਿ ਜੇ ਕੋਈ ਚੀਜ਼ 5 ਸਾਲ ਤੋਂ ਤੁਹਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਲੈ ਕੇ ਆ ਰਹੀ ਆ ਤਾਂ ਫਿਰ ਉਹ ਤੁੱਕਾ ਨਹੀਂ ਹੋ ਸਕਦੀ ਭਾਜੀ, ਕਿ ਨਹੀਂ? ਪਰ ਸੱਤੇ ਇੱਕ ਚੀਜ਼ ਹੋਰ ਵੀ ਹੈਗੀ ਆ, ਅੱਜ ਤੱਕ ਜਿੰਨੀ ਵੀ ਕੇਸਿਸ ਮਨਜ਼ੂਰੀਆਂ ਮਿਲੀਆਂ ਹੈਗੇ ਇਹ ਗੱਲ ਸਰਕਾਰ ਦੇ ਸਾਹਮਣੇ ਵੀ ਸਚਾ ਚੁੱਕੀ ਹੈਗੀ ਆ। ਤਾਂ ਹੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਕਿਹਾ ਸੀ, ਕਹਿੰਦੇ ਸੀ ਇੱਕ ਲੂਪ ਹੋਲ ਜਾਂ ਇੱਕ ਜੋ ਜ਼ਰੀਆ ਸੀ ਬੱਚਿਆਂ ਨੂੰ ਇੱਥੇ ਪੱਕੀ ਸਟੈਂਪ ਜਾਂ ਪਾਸਪੋਰਟ ਲੈਣ ਵਾਸਤੇ, ਸ਼ਾਇਦ ਇਹਦੇ ਉੱਪਰ ਉਹਨੇ ਧਿਆਨ ਦੇਣਾ ਸੀ, ਸਖਤਾਈ ਕਰਨੀ ਹੈਗੀ ਆ। ਮਗਰ 6 ਮਹੀਨੇ 8 ਮਹੀਨੇ ਲੰਘ ਚੁੱਕੇ ਹੈਗੇ ਆ, ਹਲੇ ਤੱਕ ਮੈਂ ਉਹ ਸਖਤਾਈ ਨਹੀਂ ਦੇਖੀ ਹੈਗੀ। ਇਨਫੈਕਟ ਦੂਸਰੇ ਪਾਸੇ ਇਹ ਵੀਜ਼ੇ ਲੱਗੀ ਜਾਂਦੇ ਹੈਗੇ, ਮਨਜ਼ੂਰੀਆਂ ਮਿਲੀ ਜਾਂਦੀਆਂ, ਬੱਚਿਆਂ ਨੂੰ ਨੈਸ਼ਨੈਲਿਟੀ ਦੀ ਸਿਟੀਜ਼ਨਸ਼ਿਪ ਮਿਲੀ ਜਾਂਦੀ। ਇਨਫੈਕਟ ਹੁਣ ਤਾਂ ਤੇਜ਼ੀ ਦੇ ਨਾਲ ਹੁਣ ਤਾਂ 2-2 ਮਹੀਨੇ 'ਚ ਹੀ ਲੋਕਾਂ ਨੂੰ ਮਿਲਣ ਲੱਗ ਪਿਆ ਹੈਗਾ। ਸੋ ਮੈਂ ਇਹ ਕਹੂੰਗਾ ਕਿਸੇ ਦੀ ਇੱਕ ਗੱਲ ਸੁਣ ਕੇ ਆਪਾਂ ਨੈਗੇਟਿਵ ਪਾਸੇ ਨਾ ਹੋਏ, ਸਪੈਸ਼ਲੀ ਕਿ ਪ੍ਰੀਤੀ ਪਟੇਲ ਬੋਲੇ, ਬਿਕੋਜ਼ ਪ੍ਰੀਤੀ ਪਟੇਲ ਇੱਦਾਂ ਲੱਗਦੀ ਹੈਗੀ ਸਾਡੇ ਲੋਕਾਂ ਨੂੰ ਇੰਨਾ ਫੇਵਰ ਨਹੀਂ ਕਰਨਾ ਚਾਹੁੰਦੀ ਹੈਗੀ ਕਿਸੇ ਵਜ੍ਹਾ ਲਈ। ਪਰ ਜਿੰਨੀ ਵੀ ਨੈਗੇਟਿਵ ਹੋਣ ਦੀ ਕੋਸ਼ਿਸ਼ ਕਰੀ ਉਹਨੇ ਦੇਖੀ ਆਪਾਂ ਵੀ ਮੁੜੇ ਹੋਣ ਨੂੰ ਤਿਆਰ ਹੈਗੇ ਆ, ਆਪਾਂ ਵੀ ਮੁੜੇ ਲੜਨ ਨੂੰ ਤਿਆਰ ਹੈਗੇ ਆ। ਕਿਸੇ ਚੀਜ਼ ਨੂੰ ਆਪਾਂ ਮੋੜੇ ਅੱਗੇ ਲੈ ਕੇ ਆਉਂਦਾ ਹੈਗਾ ਤਾਂ ਉਹ ਵੀ ਮੈਂ ਕਹੂੰਗਾ ਸਾਡਾ ਨਹੀਂ ਸੀ, ਇਹ ਤੁਹਾਡਾ ਬਣਾਇਆ ਸੀ, ਇਹ ਯੂਕੇ ਦਾ ਸਰਕਾਰ ਦਾ ਬਣਾਇਆ ਸੀ। ਬ੍ਰਿਟਿਸ਼ ਨੈਸ਼ਨੈਲਿਟੀ ਐਕਟ ਦੇ ਹਿੰਟ ਆ, ਇਹ ਕਾਨੂੰਨ ਤੁਸੀਂ ਕਿੰਨੇ ਸਦੀਆਂ ਕਿੰਨੇ ਸਾਲ ਪਿੱਛੇ ਤਿਆਰ ਕਰਕੇ ਪੇਸ਼ ਕੀਤਾ ਗਿਆ ਸੀ, ਸਿਰਫ ਇੱਕ ਲੁਕਿਆ ਪਿਆ ਸੀ ਜਿਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ ਜੀ। ਧਿਆਨ ਚਲੋ ਮੈਂ ਕਰ ਲਿਆ, ਪੰਜਾਬੀ ਨੇ ਕਰ ਲਿਆ ਹੈਗਾ, ਇੱਕ ਇੰਡੀਅਨ ਨੂੰ ਫਾਇਦਾ ਹੋ ਚੁੱਕਾ, ਸਾਡੇ ਪੰਜਾਬੀਆਂ ਨੂੰ ਜਿੱਥੇ ਆ ਰਹੇ ਹੈਗੇ ਆ, ਸਾਡੇ ਇੰਡੀਅਨ ਜੋ ਇੱਥੇ ਆ ਰਹੇ ਹੈਗੇ ਆ, ਤੇ ਨਾਲ ਹੋਰ ਵੀ ਲੋਕਾਂ ਨੂੰ ਜੋ ਇਹਦਾ ਫਾਇਦਾ ਹੋ ਰਿਹਾ ਸ਼ਾਇਦ ਤਾਂ ਹੀ ਹੋ ਰਿਹਾ ਬਿਕੋਜ਼ ਉਹ ਇੱਕ ਸਟੇਟਲੈਸ ਦੇ ਬੇਸ ਦੇ ਉੱਪਰ ਹੋਰ ਕਈ ਮਾਪਿਆਂ ਨੂੰ ਬੱਚਿਆਂ ਨੂੰ ਤਾਂ ਆਪਾਂ ਹੁਣ ਜ਼ਬਰਾਨੋ ਵੀ ਦੇਖ ਚੁੱਕੇ ਹਾਂ ਕਿ ਕਈ ਲੋਕਾਂ ਨੂੰ ਵੀ ਹੋਰ ਵੀ ਫਾਇਦਾ ਹੋ ਚੁੱਕਾ ਹੈਗਾ। ਸੋ ਇਟਸ ਬੀਨ ਅ ਗੁੱਡ ਰਾਈਡ, ਇਟਸ ਬੀਨ ਅ ਗੁੱਡ 5 years।
ਤਾਂ ਹੋਪਫੁਲੀ ਅਗਲੇ ਵੀ 5 ਸਾਲ ਇਦਾਂ ਹੀ ਲੰਘੂਗੇ ਜਿੱਦਾਂ ਪਿਛਲੇ 5 ਸਾਲ ਲੰਘੇ। ਬਿਲਕੁਲ, ਕਿਉਂਕਿ ਮੇਰਾ ਖਿਆਲ ਹੈ ਵੀ ਜਿੱਦਣ ਕੇਸ ਜਿੱਤਣ ਤੋਂ ਬਾਅਦ ਕਈਆਂ ਨੇ ਫੈਮਿਲੀ ਪਲੈਨਿੰਗ ਕੀਤੀ ਹੋਣੀ ਆ, ਉਹਨਾਂ ਦਾ ਵੀ ਸਾਲ ਖੰਡ ਤੱਕ ਵੀਜ਼ਾ ਅਪਲਾਈ ਕਰਨਾ ਹੈ ਭਾਜੀ। ਸੱਤੀ ਤੁਸੀਂ ਦੇਖ ਲਓ ਸਟੇਟਲੈਸ ਆ ਇਸ ਤਰੀਕੇ ਦਾ ਕੇਸ ਇੰਨਾ ਮਸ਼ਹੂਰ ਹੋ ਚੁੱਕਾ ਹੈਗਾ, ਹੱਲੇ ਵੀ ਬੱਚੇ ਜੋ ਇੰਡੀਆ ਤੋਂ ਆਉਂਦੇ ਹੈਗੇ ਆ ਉਹਨਾਂ ਦੇ ਮਨ 'ਚ ਵੀ ਪੱਲੂ ਹੁੰਦਾ ਹੈ। ਇੰਡੀਆ ਦੇ ਏਜੰਟ ਤਾਂ ਦਿੰਦੇ ਵੀਜ਼ਾ ਹੀ ਇਸ ਲਈ ਲਵਾ ਕੇ ਦਿੰਦੇ, ਕਹਿੰਦੇ ਕੋਈ ਨਹੀਂ ਸਟੇਟਲੈਸ ਦਾ ਕੇਸ ਹੈਗਾ ਆ, ਗੁਰਪਾਲ ਨੇ ਸ਼ੁਰੂ ਕੀਤਾ ਆ ਤੇ ਉਹਦੇ ਤੇ ਅੰਡਰ ਜਾ ਕੇ ਤੁਸੀਂ ਪੱਕੇ ਹੋ ਜਾਣਾ ਹੈਗਾ। ਪਰ ਇਹ ਆ ਕਿ ਸੱਤੀ ਦੂਸਰੇ ਪਾਸੇ ਆਪਾਂ ਪੋਜ਼ਿਟਿਵ ਚੀਜ਼ਾਂ ਦੇਖੋ, ਕਿੰਨੇ ਪਰਿਵਾਰ ਹੈਗੇ ਜਿਹਨੂੰ ਇੰਡੀਆ ਜਾਣ ਦਾ ਸ਼ਾਇਦ ਮੌਕਾ ਹੀ ਨਹੀਂ ਮਿਲਿਆ ਸੀ, ਧਿਆਨ ਹੀ ਨਹੀਂ ਹੈਗਾ ਸੀ ਆਪਾਂ ਵਾਪਸ ਜਾ ਸਕਦੇ ਹੈਗੇ, ਵਾਪਸ ਜਾਣ ਦਾ ਮੌਕਾ ਮਿਲਿਆ ਹੈਗਾ। ਭੈਣ ਭਰਾ ਜੋ ਇੱਕ ਦੂਜੇ ਦੇ ਵਿਆਹ ਤੱਕ ਸ਼ਾਇਦ ਨਹੀਂ ਪਹੁੰਚਣ ਦੀ ਉਮੀਦ ਹੈਗੀ ਸੀ, ਜਾ ਚੁੱਕੇ ਹੈਗੇ ਆ। ਪਿੱਛੇ ਬਜ਼ੁਰਗ ਮਾਪੇ ਹੈਗੇ ਬੈਠੇ ਜੋ ਰੀਕਦੇ ਹੈਗੇ ਆਪਣੇ ਬੱਚਿਆਂ ਨੂੰ, ਉਹ ਜਾ ਕੇ ਮਿਲ ਚੁੱਕੇ ਹੈਗੇ ਆ। ਤਾਂ ਅਨਫੋਰਚੂਨੇਟਲੀ ਕਿ ਵੀ ਇੱਧਰ ਵੀ ਦਿਨ ਹੁੰਦੇ ਹੈਗੇ ਆ ਜ਼ਿੰਦਗੀ ਦੇ ਵਿੱਚ ਜਿੰਦਾ ਕੋਈ ਚੱਲ ਵੀ ਜਾਂਦਾ ਹੈਗਾ, ਬੰਦਾ ਪਹੁੰਚਣਾ ਚਾਹੁੰਦਾ ਹੈਗਾ ਤੇ ਕਿ ਵੀ ਜਾ ਵੀ ਨਹੀਂ ਸਕਦਾ ਸੀ, ਕੱਚਾ ਸੀ। ਕਈਆਂ ਨੂੰ ਮੌਕੇ ਮਿਲੇ ਵਾਪਸ ਜਾਣ ਵਾਸਤੇ। ਸੋ ਪੋਜ਼ੀਟਿਵ ਚੀਜ਼ 'ਚ ਬਹੁਤ ਨਿਕਲੀ ਸਟੇਟਲੈਸ ਵੱਲੋਂ। ਸੋ MK ਤੇ MK ਦੇ ਪਰਿਵਾਰ ਤੇ ਜੋ ਬਾਕੀ ਦੇ 24 ਫੈਮਲੀਜ਼, ਮੈਂ ਵਨਸ ਅਗੇਨ ਸਾਨੂੰ ਥੈਂਕ ਯੂ ਕਰਨਾ ਚਾਹੁੰਦਾ ਹੈਗਾ ਜੋ 28 ਫਰਵਰੀ ਦਾ 2017 ਦਾ ਤਰੀਕ ਦਾ ਮੈਨੂੰ ਇੱਕ ਮੌਕਾ ਦਿੱਤਾ ਗਿਆ ਸੀ ਕੇਸ ਲੜਨ ਵਾਸਤੇ। ਤਾਂ ਹੋਪਫੁਲੀ ਇੱਧਰ ਹੋਰ ਕਿੰਨੇ ਕੇਸਿਸ ਮੋੜੇ ਆਉਗੇ ਜਿਹਦੇ ਵਿੱਚ ਸਾਨੂੰ ਇੱਕ ਮੌਕਾ ਮਿਲੂਗਾ ਕੋਈ ਪੋਜ਼ੀਟਿਵ ਚੀਜ਼ ਵਾਪਸ ਆਪਣੀ ਕਮਿਊਨਿਟੀ ਨੂੰ ਦੇਣ ਵਾਸਤੇ। ਤੇ ਬਿਲਕੁਲ ਇਹੀ ਰਿਕੁਐਸਟ ਵੀ ਆ ਕਿ ਸਭ ਤੋਂ ਪਹਿਲੀ ਰਿਕੁਐਸਟ ਤਾਂ ਇਹ ਆ ਕਿ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਆ ਕਰੋ ਤਾਂ ਕਿ ਇਹ ਸਟੇਟਲੈਸ ਵਾਲੀ ਗੱਲ ਤੇ ਹੋਰ ਜ਼ਮਰਾਨੋ ਵਾਲੀ ਗੱਲ ਤੁਹਾਡੇ ਤੱਕ ਹੀ ਸੀਮਿਤ ਨਾ ਰਹਿ ਜਾਵੇ। ਹੋ ਸਕਦਾ ਕਿ ਤੁਹਾਡਾ ਵੀਜ਼ਾ ਲੱਗ ਗਿਆ ਹੋਵੇ, ਕਿਸੇ ਹੋਰ ਦਾ ਲੱਗਣ ਵਾਲਾ ਰਹਿੰਦਾ ਹੋਵੇ, ਉਹਨਾਂ ਤੱਕ ਇਨਫੋਰਮੇਸ਼ਨ ਪੂਰੀ ਮਿਲ ਜਾਵੇ, ਸਹੀ ਇਨਫੋਰਮੇਸ਼ਨ ਮਿਲ ਜਾਵੇ। ਇਹ ਨਾ ਹੋਵੇ ਕਿ ਉਹ ਕਿਤੇ ਟਿਕਟੌਕ ਜਾਂ ਸੋਸ਼ਲ ਮੀਡੀਆ ਤੋਂ ਸੁਣ ਕੇ ਬੈਠੇ ਹੋਣ ਕਿ ਸਟੇਟਲੈਸ ਵਾਲਾ ਕੇਸ ਤਾਂ ਬੰਦ ਹੋ ਗਿਆ, ਇਹਦੇ ਵਿੱਚ ਹੁਣ ਕੋਈ ਲਾਉਣ ਦਾ ਫਾਇਦਾ ਨਹੀਂ ਹੈਗਾ, ਕੋਈ ਹੋਰ ਰਸਤਾ ਦੇਖਿਆ ਜਾਵੇ। ਪਰ ਗੱਲ ਇਹ ਆ ਕਿ ਜਿੱਦਣ ਕਿਤੇ ਕੋਈ ਇਨਫੋਰਮੇਸ਼ਨ ਇਸ ਕੇਸ ਦੇ ਸੰਬੰਧ ਦੇ ਵਿੱਚ ਆਈ, ਇਹਦੇ ਰਿਗਾਰਡਿੰਗ ਆਈ, ਉਦਣ ਭਾਜੀ ਹੁਣੀ ਆਪ ਆ ਕੇ ਤੁਹਾਨੂੰ ਦੱਸ ਦੇਣਗੇ ਕਿ ਹੋਲਡ ਔਨ ਕਿ ਇਹ ਕੇਸ ਜਿਹੜਾ ਆ ਜਾਂ ਇਹਦੇ ਵਿੱਚ ਕੋਈ ਚੇਂਜਸ ਆਈਆਂ ਆ ਜਾਂ ਫਿਰ ਇਹ ਬੰਦ ਹੋ ਗਿਆ ਆ ਜਾਂ ਕੀ ਹੋਣ ਜਾ ਰਿਹਾ ਆ। ਇਸੇ ਹੀ ਪਲੇਟਫਾਰਮ ਦੇ ਉੱਤੋਂ ਭਾਜੀ ਹੁਣਾਂ ਦੇ ਕੋਲ ਤੁਹਾਨੂੰ ਸਾਰੀ ਗੱਲ ਕਲੀਅਰ ਕਰਾ ਕੇ ਦੱਸਾਂਗੇ। ਇਸ ਲਈ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਜਿਸ ਬੰਦੇ ਦਾ ਕੰਮ ਬਣਦਾ ਉਹੀ ਦੇਵੇ ਤਾਂ ਚੰਗੀ ਗੱਲ ਆ, ਨਹੀਂ ਤਾਂ ਮੈਂ ਵੀ ਭਾਜੀ ਤੋਂ ਪੁੱਛ ਕੇ ਦੱਸਦਾ ਭਾਜੀ ਕੀ ਹੋਇਆ, ਪਰ ਸਾਡੀ ਗੱਲ ਤੇ ਤੁਸੀਂ ਯਕੀਨ ਵੀ ਨਹੀਂ ਕਰਨਾ ਤੇ ਭਾਜੀ ਹੁਣਾਂ ਦੀ ਗੱਲ ਤੇ ਕਮ ਸੇ ਕਮ ਯਕੀਨ ਕਰੋ ਕਿਉਂਕਿ ਗੱਲ ਭਾਜੀ ਹੁਣਾਂ ਨੇ ਉਹੀ ਦੱਸਣੀ ਜੋ ਐਕਚੁਅਲ ਸਹੀ ਆ। ਕਿਉਂਕਿ ਭਾਜੀ ਹੁਣਾਂ ਨੂੰ ਪਬਲਿਸਿਟੀ ਦੀ ਲੋੜ ਨਹੀਂ ਹੈਗੀ, ਭਾਜੀ ਹੁਣਾਂ ਨੂੰ ਟਿਕਟੌਕ ਦੇ ਉੱਤੇ ਆਪਣੇ ਵਿਊਜ਼ ਲੈਣ ਦੀ ਲੋੜ ਨਹੀਂ ਹੈਗੀ। ਕਿਉਂਕਿ ਇਹਨਾਂ ਨੇ ਸਰਕਾਰ ਦੀਆਂ ਕੀਤੀਆਂ ਹਦਾਇਤਾਂ ਦੇ ਅਨੁਸਾਰ ਆਪਣੀ ਡਿਗਰੀ ਦੇ ਅਕੋਰਡਿੰਗ ਜਿੰਨੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਆ ਉਹੀ ਪ੍ਰੋਵਾਈਡ ਕਰਨੀ ਆ। ਤੇ ਬਾਕੀ ਭਾਜੀ ਹੁਣ ਗੱਲ ਚੱਲੀ ਆ ਕਿ ਸਟੇਟਲੈਸ ਤੋਂ ਬਾਅਦ ਇੱਕ ਗੱਲ ਬਹੁਤ ਦਿਨਾਂ ਤੋਂ ਚੱਲ ਰਹੀ ਆ ਤੇ ਕਿਤੇ ਨਾ ਕਿਤੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕਨਫਿਊਜ਼ਨ ਹੈਗੀ ਆ ਕਿ ਐਕਚੁਅਲੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜ਼ਬਰਾਨੋ ਹੈ ਕੀ ਆ, ਹੋ ਕੀ ਰਿਹਾ ਆ, ਫਾਇਦਾ ਕਿਹਨੂੰ ਆ, ਕਿਹਨੂੰ ਹੋ ਸਕਦਾ ਆ, ਇਹ ਸਾਰੀਆਂ ਗੱਲਾਂ। ਕਿਉਂਕਿ ਬਾਅਦ ਵਿੱਚ ਭਾਜੀ ਹੁਣਾਂ ਨੇ ਇੰਡੀਆ ਨੂੰ ਫਲਾਈ ਕਰ ਜਾਣਾ ਆ, ਇਹ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਲਈਏ। ਹਾਂਜੀ ਭਾਜੀ। ਨਹੀਂ, ਜ਼ਬਰਾਨੋ ਦੀ ਗੱਲਾਂ ਆਪਾਂ ਪਹਿਲੇ ਵੀ ਕਰ ਚੁੱਕੇ ਹੈਗੇ, ਪਰ ਹੱਲੇ ਵੀ ਬਹੁਤ ਲੋਕਾਂ ਦੇ ਮਨ 'ਚ ਹੈਗੀ ਆ ਕੋਈ ਇੱਕ ਨਵਾਂ ਕਾਨੂੰਨ ਨਿਕਲਿਆ ਹੈਗਾ ਬੱਚਿਆਂ ਦੇ ਬਾਅਦ 'ਚ ਮਾਪੇ ਨੂੰ ਹੁਣ PR ਮਿਲਣ ਲੱਗ ਪਈ ਹੈਗੀ ਆ। ਸੋ ਖੁਸ਼ੀ ਬਹੁਤ ਲੋਕਾਂ ਨੂੰ ਹੈਗੀ ਹੈ, ਬੜਾ ਰੌਲਾ ਪਿਆ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਕੇਸ ਕਰੀਏ ਨਾ ਕਰੀਏ ਹੈਗੇ। ਇਹਦੀ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ, ਪਰ ਅੱਜ ਮੈਂ ਫਿਰ ਇੱਕ ਵਾਰੀ ਕਲੀਅਰ ਕਰਦਾ ਜ਼ਬਰਾਨੋ ਹੈ ਕੀ ਤੇ ਅੱਗੇ ਜ਼ਬਰਾਨੋ ਕੇਸ ਤੁਹਾਨੂੰ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਹੈ। ਜ਼ਬਰਾਨੋ ਇੱਕ ਪ੍ਰਿੰਸੀਪਲ, ਇੱਕ ਕਾਨੂੰਨ ਬਣ ਚੁੱਕਾ ਜਿੱਦਾਂ ਸਟੇਟਲੈਸ ਦਾ MK ਦਾ ਕਾਨੂੰਨ ਬਣ ਚੁੱਕਾ ਹੈਗਾ। ਕਾਨੂੰਨ ਕਿੰਨਾ ਹੈਗਾ? ਕਾਨੂੰਨ ਜ਼ਬਰਾਨੋ ਜੋ ਹੈਗਾ ਇੱਕ EU ਦੇ ਹੇਠਾਂ ਇੱਕ ਯੂਰਪੀਅਨ ਕਾਨੂੰਨ, ਇੱਕ ਪਾਲਿਸੀ ਬਣੀ ਸੀ, ਇੱਕ ਜੂਰਿਸਪ੍ਰੂਡੈਂਸ ਬਣ ਚੁੱਕੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਅੱਗੇ ਤੁਹਾਡਾ ਬੱਚਾ UK 'ਚ ਹੈ ਤੇ ਅੱਗੇ ਉਹ ਬ੍ਰਿਟਿਸ਼ ਆ ਤੇ ਅੱਗੇ ਦੇ ਮਾਪੇ ਅੱਗੇ UK 'ਚ ਕੱਚੇ ਰਹਿੰਦੇ ਹੈਗੇ ਆ, ਤੁਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਜੁਦਾ ਨਹੀਂ ਕਰ ਸਕਦੇ, ਤੁਸੀਂ ਬੱਚਿਆਂ ਦੇ ਮਾਪੇ ਨੂੰ ਕੰਪੈਲ ਨਹੀਂ ਕਰ ਸਕਦੇ ਵਾਪਸ ਆਪਣੇ ਮੁਲਕ ਨੂੰ ਜਾਵੇ ਬੱਚੇ ਨੂੰ ਛੱਡਣ ਤੋਂ ਬਗੈਰ। ਤਾਂ ਅੱਗੇ ਆਪਾਂ ਦੇਖੀਏ EU ਜੋ ਸੈਟਲ ਸਟੇਟਸ ਦਾ ਕਾਨੂੰਨ ਜੋ ਪਿਛਲੇ ਸਾਲ ਸ਼ੁਰੂ ਹੋਇਆ ਸੀ ਉਹ ਤੋਂ ਪਹਿਲਾਂ ਇਹ ਕਿਸ ਨੇ ਜ਼ਬਰਾਨੋ ਦੇ ਬੇਸਿਸ 'ਤੇ ਕੇਸ ਕਰਨਾ ਸੀ, ਉਹਨੂੰ ਹੱਕ ਹੈਗਾ ਸੀ ਅਪਲਾਈ ਕਰਨ ਵਾਸਤੇ। ਇਨਫੈਕਟ ਇਹ ਹੱਕ ਜਿੰਨੇ ਵੀ ਸਾਰੇ ਸਟੇਟਲੈਸ ਦੇ ਕੇਸ ਜਿੱਤੇ ਸੀ ਉਹਨਾਂ ਨੂੰ ਵੀ ਹੱਕ ਹੈਗਾ ਸੀ, ਮਗਰ ਆਮ ਤੌਰ ਤੇ ਕਈਆਂ ਨੇ ਜ਼ਬਰਾਨੋ ਦੀ ਐਪਲੀਕੇਸ਼ਨ ਨਹੀਂ ਦਿੱਤੀ ਸੀ ਬਿਕਾਜ਼ ਉਹਦੇ ਵਿੱਚ ਇੱਕ ਤਾਂ ਪਹਿਲਾਂ ਸਟੇ ਦਿੰਦੇ ਸੀ 5 ਸਾਲ, ਪਰ ਟਾਈਮ ਲੱਗਦਾ ਸੀ ਜਵਾਬ ਆਉਂਦੇ ਨੂੰ। ਤੇ ਨਾਲ ਇਹ ਕਿ ਤੁਸੀਂ ਬੈਨੀਫਿਟਸ ਵੀ ਚਾਹੁੰਦੇ ਸੀ ਲੈਣ ਵਾਸਤੇ, ਤੁਹਾਨੂੰ ਬੈਨੀਫਿਟਸ ਦਾ ਹੱਕ ਨਹੀਂ ਮਿਲਦਾ ਸੀ। ਤਾਂ ਨਾਲ ਇਹ ਕਿ ਜਦੋਂ ਤੁਹਾਡਾ ਬੱਚਾ ਕਿ 18 ਸਾਲ ਦਾ ਹੋ ਗਿਆ ਉਹਦੇ ਬਾਅਦ ਇੱਥੇ ਦੀ ਜੋ PR ਦੇ ਚਾਂਸਸ ਹੈਗੇ ਆ ਉਹ ਮਿਟ ਜਾਂਦੇ ਸੀ। ਸੋ ਬਹੁਤ ਲੋਕਾਂ ਨੇ ਜ਼ਬਰਾਨੋ ਦੇ ਹੇਠਾਂ ਐਪਲੀਕੇਸ਼ਨ ਨਹੀਂ ਦਿੱਤੀਆਂ ਸੀ, ਮਗਰ ਹੋਇਆ ਕੀ ਪਿਛਲੇ ਸਾਲ ਜਦੋਂ EU ਸੈਟਲ ਸਟੇਟਸ ਦਾ ਸਕੀਮ ਸ਼ੁਰੂ ਹੋ ਗਈ ਸੀ ਬਿਕਾਜ਼ ਬ੍ਰੈਕਸਿਟ 'ਚ ਨਿਕਲਣ ਲੱਗਿਆ ਸੀ, EU ਰੈਜ਼ੀਡੈਂਸ ਪਰਮਿਟ ਛੱਡ ਕੇ ਇਹਨਾਂ ਨੇ EU ਅਪੈਂਡਿਕਸ ਦੇ ਹੇਠਾਂ ਫਿਰ ਲੋਕਾਂ ਨੂੰ ਸਟੇ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਫਿਰ ਇੱਕ ਕੇਸ ਸੀ ਐਕਸਾਨੀ ਨੇ ਕੀ ਕੀਤਾ ਸੀ, ਉਹਨੇ ਕੇਸ ਪਾਤਾ ਸੀ ਕਹਿਣ ਵਾਸਤੇ ਮੇਰੇ ਕੋਲ ਲਿਮਿਟਡ ਲੀਵ ਟੂ ਰਿਮੇਨ ਹੈਗੀ ਆ, 2.5 ਸਾਲ ਦਾ ਵੀਜ਼ਾ ਮੈਨੂੰ ਮਿਲ ਚੁੱਕਾ ਹੈਗਾ, ਮਗਰ ਜਿਹੜਾ ਪ੍ਰੂਡੈਂਸ ਜੂਰਿਸਪ੍ਰੂਡੈਂਸ EU ਦੇ ਬੇਸਿਸ ਉੱਪਰ ਜੋ ਜ਼ਬਰਾਨੋ ਦਾ ਹੈਗਾ ਉਹਦਾ ਤਾਂ ਇਹ ਮਤਲਬ ਹੈਗਾ ਕਿ ਮੇਰਾ ਬੱਚਾ ਬ੍ਰਿਟਿਸ਼ ਆ,
ਮੈਨੂੰ ਫਿਰ ਉਹਦੇ ਹਿੰਟਾਂ ਵੀ EU ਸੈਟਲ ਸਟੇਟਸ ਦਾ ਹੱਕ ਹੈਗਾ, ਤਾਂ ਕਿ 5 ਸਾਲ ਹੋ ਗਏ EU ਸੈਟਲ ਸਟੇਟਸ ਦੇ ਬੇਸ ਤੇ ਉੱਪਰ ਰਹਿੰਦੇ ਨੂੰ, ਫਿਰ ਮੈਨੂੰ ਤਾਂ PR ਮਿਲਣੀ ਚਾਹੀਦੀ। ਉਹਨੇ ਕੇਸ ਲਾਤਾ ਜੀ, ਕੇਸ ਲਾਉਣ ਦੇ ਬਾਅਦ 'ਚ ਨਾ ਹੋ ਗਈ ਤਾਂ ਚਲ ਗਈ ਅਪੀਲ ਹਾਈ ਕੋਰਟ 'ਚ। ਹਾਈ ਕੋਰਟ ਦੀ ਸੁਣਾਈ ਦੇ ਵਿੱਚ ਜਦੋਂ ਪੇਸ਼ ਹੋਏ, ਉਹਦੇ ਸਾਹਮਣੇ ਜੋ ਗੱਲ ਹੋਈ ਹੈਗੀ ਆ ਉਹ ਇਹ ਨਤੀਜਾ ਨਿਕਲਿਆ, ਕਹਿੰਦੇ ਹਾਈ ਕੋਰਟ ਰਾਹੀਂ ਇਹ ਕਿ ਬੱਚਾ ਜ਼ਬਰਾਨੋ ਦੇ ਬੇਸ ਦੇ ਉੱਪਰ ਕੇ ਮਾਪੇ ਨਾਲ ਰਹਿੰਦੇ ਹੈਗੇ ਆ, ਬੇਸ਼ੱਕ ਉਹ ਕੋਲ 2.5 ਸਾਲ ਦਾ ਵੀਜ਼ਾ ਹੈਗਾ, ਉਹਨੂੰ ਵੀ ਇੱਥੇ ਰਹਿਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈਗੀ ਆ, ਤਾਂ ਉਹਨੂੰ EU ਸੈਟਲ ਸਟੇਟਸ ਦੇ ਉੱਪਰ PR ਦੇਣੀ ਚਾਹੀਦੀ ਆ। ਹੋਮ ਆਫਿਸ ਕਹਿੰਦੀ ਸੀ ਇਹਨੂੰ ਤਾਂ ਹੱਕ ਮਿਲਣਾ ਹੀ ਚਾਹੀਦਾ, ਬਿਕਾਜ਼ ਇਹ ਆਲਰੇਡੀ 2.5 ਸਾਲ ਦਾ ਵੀਜ਼ਾ ਹੈਗਾ। ਮਗਰ ਹਾਈ ਕੋਰਟ ਨੇ ਕਿਹਾ ਬੇਸ਼ੱਕ 2.5 ਸਾਲ ਦਾ ਵੀਜ਼ਾ ਲਿਮਿਟ ਲੀਵ ਟੂ ਰਿਮੇਨ ਹੈਗਾ ਜਾਂ ਨਹੀਂ ਹੈਗਾ, ਜਿਹਦੀ ਪ੍ਰਿੰਸੀਪਲ ਹੈਗੀ ਆ ਜ਼ਬਰਾਨੋ ਦੀ, ਉਹ ਤੇ ਇਹ ਹੈਗਾ ਕਿ ਤੁਹਾਡਾ ਬੱਚਾ ਬ੍ਰਿਟਿਸ਼ ਹੈਗਾ ਤਾਂ ਤੁਹਾਨੂੰ ਇਜਾਜ਼ਤ ਹੈਗੀ ਇੱਥੇ ਰਹਿਣ ਵਾਸਤੇ, ਤਾਂ ਉਹਦੇ ਬੇਸ ਦੇ ਉੱਪਰ ਤੁਹਾਨੂੰ ਫਿਰ PR ਵੀ ਮਿਲ ਸਕਦੀ EU ਸੈਟਲ ਸਟੇਟਸ ਦੇ ਹੇਠਾਂ ਅੰਡਰ EU ਅਪੈਂਡਿਕਸ। ਫਿਰ ਕੀ ਹੋਇਆ, ਸਰਕਾਰ ਨਾਰਾਜ਼ ਹੋਈ, ਉਹਨੇ ਫਿਰ ਅਪੀਲ ਕਰਤੀ। ਅਪੀਲ ਜਿਹਨੇ ਕੀਤੀ ਫਿਰ ਕੋਰਟ ਆਫ ਅਪੀਲ ਤੇ ਚਲ ਗਈ ਸੀ, ਤਾਂ ਆਪਾਂ ਦੇਖਿਆ ਸੀ ਪਿਛਲੇ ਮਹੀਨੇ ਕੀ ਹੋਇਆ ਸੀ, ਉੱਥੇ ਵੀ ਕੋਰਟ ਆਫ ਅਪੀਲ ਨੇ ਇਹ ਨਤੀਜਾ ਕੱਢਿਆ, ਜਿਹੜੀ ਜੂਰਿਸਪ੍ਰੂਡੈਂਸ ਜਿਹਦਾ ਹੱਕ ਹੈਗਾ ਬੱਚੇ ਦਾ ਜ਼ਬਰਾਨੋ ਦੇ ਹੇਠਾਂ, ਜੋ ਪ੍ਰਿੰਸੀਪਲ ਜ਼ਬਰਾਨੋ ਦਾ ਹੈਗਾ ਉਹ ਮਿਟ ਨਹੀਂ ਸਕਦਾ ਹੈਗਾ। ਇਹ ਕਿ ਤੁਹਾਡਾ ਬੱਚਾ ਬ੍ਰਿਟਿਸ਼ ਹੈਗਾ ਆ, ਫਿਰ ਬੱਚੇ ਬ੍ਰਿਟਿਸ਼ ਦੇ ਬੇਸ ਦੇ ਉੱਪਰ ਤੁਸੀਂ ਇੱਕ ਮਾਪੇ ਦੇ ਰੂਪ ਦੇ ਵਿੱਚ ਤੁਸੀਂ ਜ਼ਬਰਾਨੋ ਦੇ ਹੇਠਾਂ ਕੇਸ ਲਾ ਸਕਦੇ ਹੈਗੇ, ਇਹ ਹਰ ਇੱਕ ਮਾਪੇ ਨੂੰ ਹੱਕ ਹੈਗਾ। ਮਗਰ ਦੂਸਰੇ ਪਾਸੇ ਸਰਕਾਰ ਨੇ ਇਹ ਵੀ ਕਿਹਾ ਸੀ, ਕਹਿੰਦੇ ਪਰ ਉਹ ਕਾਨੂੰਨ ਤਾਂ ਹੈ ਨਹੀਂ, ਤਾਂ ਫਿਰ ਕੋਰਟ ਆਫ ਅਪੀਲ ਨੇ ਕਿਹਾ ਹੈਗਾ ਤੁਸੀਂ ਵਾਪਸ ਜਾ ਕੇ ਆਪਣਾ ਕਾਨੂੰਨ ਬਦਲੋ। ਸੋ ਕਮ ਸੇ ਕਮ ਜੋ ਕਿ ਜ਼ਬਰਾਨੋ ਕੇਡਰ ਆ, ਜੋ ਬੇਸ਼ੱਕ 2.5 ਸਾਲ ਦਾ ਵੀਜ਼ਾ ਹੈ ਜਾਂ ਨਹੀਂ ਹੈਗਾ, ਉਹਨੂੰ ਵੀ ਲਾਗੂ ਹੋਣਾ ਚਾਹੀਦਾ, ਨਹੀਂ ਹੋਣਾ, ਬਿਕਾਜ਼ ਉਹ ਕਾਨੂੰਨ ਤਾਂ ਬਣਿਆ ਨਹੀਂ ਹੈਗਾ। ਸੋ ਹੋਇਆ ਕੀ ਆ, ਹੁਣ ਕਾਨੂੰਨ ਇੱਕ ਪਾਸੇ ਤੇ ਇਹ ਕਹਿੰਦਾ ਹੈਗਾ ਜ਼ਬਰਾਨੋ ਕੇਡਰ ਨੂੰ EU ਸੈਟਲ ਸਟੇਟਸ ਦਾ ਅਪਲਾਈ ਕਰਨ ਦਾ ਹੱਕ ਹੈਗਾ, ਮਗਰ ਉਹ ਕਹਿੰਦੇ ਸਾਡੇ ਕੇ ਦੂਸਰੇ ਪਾਸੇ ਕਿ ਕਾਨੂੰਨ ਨਹੀਂ ਹੈਗਾ ਉਹਨੂੰ 2.5 ਸਾਲ ਦੇ ਵੀਜ਼ਿਆਂ ਵਾਲਿਆਂ ਨੂੰ ਦੇਣ ਵਾਸਤੇ, ਤਾਂ ਆਪਾਂ ਕੀ ਕਰੀਏ। ਸੋ ਕਹਿੰਦੇ ਤੁਸੀਂ ਕਾਨੂੰਨ ਨੂੰ ਦੁਬਾਰਾ ਫਿਰ ਲਿਖੋ, ਰੀਰਾਈਟ ਦ ਰੂਲਸ। ਸੋ ਹੁਣ ਕੀ ਆ, ਹੁਣ ਡਾਇਲੇਮਾ ਇਹ ਹੈਗਾ ਲੋਕਾਂ ਨੂੰ, ਕੇਸ ਆਪਾਂ ਜ਼ਬਰਾਨੋ ਦੇ ਹੇਠਾਂ ਅਪਲਾਈ ਕਰੀਏ ਜਾਂ ਨਾ ਕਰੀਏ, ਬਿਕਾਜ਼ ਕਾਨੂੰਨ ਤਾਂ ਹਲੇ ਬਣਿਆ ਨਹੀਂ ਹੈਗਾ ਜੀ। ਇਹ ਆਪਾਂ ਅਪਲਾਈ ਕਰਦੇ ਹੈਗੇ, ਸਾਨੂੰ ਫਾਇਦਾ ਕੀ ਹੈਗਾ। ਚਲੋ ਪਹਿਲਾ ਫਾਇਦਾ ਤਾਂ ਇਹ ਹੈਗਾ ਉਹਦੀ ਕੋਈ ਫੀਸ ਨਹੀਂ ਹੈਗੀ, ਕੋਈ ਸਰਕਾਰੀ ਫੀਸ ਨਹੀਂ। ਅੱਛਾ ਜੀ। ਨੰਬਰ 2, ਉਹਦੇ ਬੇਸ ਦੇ ਉੱਪਰ ਕਿ ਤੁਸੀਂ ਅਪਲਾਈ ਕਰਦੇ, ਨਾ ਤੁਹਾਨੂੰ ਲਾਈਫ ਇਨ UK ਦਾ ਟੈਸਟ ਦੀ ਲੋੜ ਹੈਗੀ ਆ, ਨਾ B1 ਦਾ ਟੈਸਟ ਹੈਗਾ। ਮਗਰ ਆਪਾਂ ਅਪਲਾਈ ਅੱਜ ਕਰਦੇ ਹੈਗੇ, ਹੋਣਾ ਕੀ ਆ, 2 ਜਾਂ 3 ਚੀਜ਼ਾਂ ਹੀ ਹੋ ਸਕਦੀਆਂ ਹੈਗੀਆਂ। ਨੰਬਰ 1, ਕੇਸ ਜਦੋਂ ਕੱਲ੍ਹ ਨੂੰ ਕਾਨੂੰਨ ਬਣੂਗਾ, ਜਿਸ ਲੋਕਾਂ ਨੇ ਐਪਲੀਕੇਸ਼ਨ ਦਰਜ ਕੀਤੀ ਹੈਗੀ ਆ ਜ਼ਬਰਾਨੋ ਦੇ ਹੇਠਾਂ, ਉਦੋਂ ਜਾਂ ਹਾਂ ਜਾਂ ਨਾ ਹੋਣੀ ਹੈਗੀ ਆ। ਇਹ ਕੇਸ ਕੀਤਾ ਗਿਆ ਹੈਗਾ ਉਹ ਲਾਗੂ ਕਿਹਨੂੰ ਹੋਣਾ ਹੈ, ਅੱਜ ਉਹਨੂੰ ਲਾਗੂ ਹੋਊਗਾ ਜੋ ਪਿਛਲੇ ਸਾਲ ਜੋ 30 ਜੂਨ ਤੋਂ ਪਹਿਲੋਂ ਜਿਹਨੇ ਐਪਲੀਕੇਸ਼ਨ ਕੀਤੀ ਉਹਨੂੰ ਲਾਗੂ ਹੋਊਗਾ, ਜਾਂ ਜਿਹਨਾਂ ਲੋਕਾਂ ਨੇ ਆਲਰੇਡੀ ਕੋਰਟ ਤੋਂ ਅਪੀਲ ਤੋਂ ਪਹਿਲੋਂ ਦਰਜ ਕੀਤੇ ਸੀ ਜਾਂ ਉਹਨੂੰ ਲਾਗੂ ਹੋਊਗਾ। ਇਹ ਚੀਜ਼ ਹੁਣ ਅਨਕਲੀਅਰ ਹੈਗੀ, ਪਰ ਇੱਕ ਚੀਜ਼ ਜ਼ਰੂਰ ਹੈਗੀ ਹੈ, ਹੋਮ ਆਫਿਸ ਨੂੰ ਕੁਛ ਨਾ ਕੁਛ ਤਾਂ ਦੇਣਾ ਹੀ ਪਊਗਾ ਜੀ। ਤੇ ਇਸ ਫਿਰ ਮੈਂ ਕਹਿੰਦਾ ਕਿ ਜ਼ਬਰਾਨੋ ਪ੍ਰਿੰਸੀਪਲ ਕਹਿ ਚੁੱਕੇ ਹੈਗੇ ਆ, ਕੋਰਟ ਵੀ ਮੰਨ ਚੁੱਕੇ ਹੈਗੇ ਆ, ਉਹ ਹੱਕ ਮਿਟ ਨਹੀਂ ਸਕਦਾ ਹੈਗਾ, ਕਿ ਉਹ ਹੱਕ ਮਿਟਦਾ ਨਹੀਂ ਹੈਗਾ। ਫਿਰ ਜਿੰਨੇ ਵੀ ਮਾਪੇ ਹੈਗੇ ਜਿਹਨੇ ਬੱਚੇ ਬ੍ਰਿਟਿਸ਼ ਹੈਗੇ, ਫਿਰ ਤਾਂ ਹਰ ਇੱਕ ਨੂੰ ਹੱਕ ਹੈਗਾ। ਹੁਣ ਜਿਸ ਦਿਨ ਤੋਂ ਕਾਨੂੰਨ ਸ਼ੁਰੂ ਹੋਗਾ ਫਿਰ ਉਸ ਦਿਨ ਤੋਂ ਹੀ ਲਾਗੂ ਹੋਗਾ, ਵਿਚ ਮੀਨਸ ਅਗਰ ਮੈਂ ਕੇਸ ਅੱਜ ਨਹੀਂ ਮੈਂ ਜਮ੍ਹਾਂ ਕੀਤਾ ਤਾਂ ਮੈਂ ਜਮ੍ਹਾਂ ਕਰਾ ਦੇਵਾਂ, ਫਿਰ ਤਾਂ ਮਤਲਬ ਕੱਲ੍ਹ ਨੂੰ ਫਿਰ ਮੈਨੂੰ ਵੀ ਲਾਗੂ ਹੋਣਾ, ਤੇ ਅਗਰ ਲਾਗੂ ਨਹੀਂ ਹੋਊਗਾ ਫਿਰ ਕੀ ਹੋਣਾ, ਅਪੀਲਾਂ ਫਿਰ ਸ਼ੁਰੂ ਹੋ ਜਾਣੀਆਂ ਹੈਗੀਆਂ। ਸੋ 2 ਸੋਚ ਹੈ ਸਾਰਿਆਂ ਵੱਲੋਂ, ਜਾਂ ਤਾਂ ਵਕੀਲ ਕਹਿੰਦੇ ਹੈ ਕੇਸ ਕਰੋ ਜਾਂ ਨਾ ਕਰੋ, ਪਰ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਡਿਸਾਈਡ ਕਰੋ ਇਹ 'ਚ ਨੁਕਸਾਨ ਤਾਂ ਫਾਇਦੇ ਕੀ ਹੈਗੇ। ਨੁਕਸਾਨ ਤਾਂ ਇਹ ਨਹੀਂ ਹੈਗਾ ਤੁਹਾਡੇ ਫਾਈਨੈਂਸ਼ੀਅਲ, ਬਿਕੋਜ਼ ਕੇਸ ਨਹੀਂ ਕੋਈ ਤੁਹਾਨੂੰ ਫੀਸ ਭਰਨ ਦੀ ਲੋੜ ਹੈਗੀ ਆ, ਕੇਸ ਵੀ ਤੁਸੀਂ ਆਪ ਲਾ ਸਕਦੇ ਹੈਗੇ ਆ, ਇੰਗਲਿਸ਼ ਟੈਸਟ ਕਰਨ ਦੀ ਲੋੜ ਨਹੀਂ ਹੈਗੀ, ਨਾ ਲਾਈਫ ਦਾ ਜੀ। ਸੋ ਇਹ ਕੇਸ ਲਾ ਵੀ ਦਿੰਦੇ ਆ ਤਾਂ ਅੱਗੇ ਲਾ ਕੇ ਆਪਾਂ ਚਿੱਤਾ ਵੀ ਭੁੱਲ ਜਾਂਦੇ ਹੈਗੇ ਆ। ਇੱਕ FD ਸਮਝ ਲਓ, ਕੱਲ੍ਹ ਨੂੰ ਜਦੋਂ ਨਤੀਜਾ ਨਿਕਲੂਗਾ ਹੋਮ ਆਫਿਸ ਵੱਲੋਂ, ਜਦੋਂ ਕਲੈਰਿਟੀ ਆਊਗੀ ਇਹ ਕਿਹਨੂੰ ਲਾਗੂ ਹੈਗਾ ਆ, ਜਦੋਂ ਕਾਨੂੰਨ ਦੁਆਰਾ ਲਿਖੂਗੀ, ਬਿਕੋਜ਼ 2.5 ਸਾਲ ਵਾਲਿਆਂ ਨੂੰ ਕੁਛ ਨਾ ਕੁਛ ਤਾਂ ਹੁਣ ਦੇਣਾ ਹੀ ਪਊਗਾ ਜੀ। ਕੀ ਦੋਗੇ, ਕਿਹਨੂੰ ਦੇਗੋ, ਕਿੱਥੇ ਬਾਉਂਡਰੀਜ਼, ਕਿੱਥੇ ਲਕੀਰ ਲੱਗੂਗੀ ਨਹੀਂ ਲੱਗੂ, ਉਹ ਤਾਂ ਫਿਰ ਸਮਾਂ ਹੀ ਦੱਸੂਗਾ। ਮਗਰ ਇੱਕ ਪੋਜ਼ੀਟਿਵ ਚੀਜ਼ ਹੀ ਹੈ ਮੈਂ ਕਹਿੰਦਾ ਲੋਕਾਂ ਨੂੰ ਤੁਹਾਨੂੰ ਫਾਈਨੈਂਸ਼ੀਅਲੀ ਤੌਰ ਤੇ ਤੁਹਾਨੂੰ ਇਹ ਦਿੱਕਤ ਨਹੀਂ ਹੋਣੀ ਚਾਹੀਦੀ ਹੈਗੀ ਜਿੱਦਾਂ ਆਪਾਂ ਬਾਕੀ ਕੇਸਿਸ ਕਰਦੇ ਹੈਗੇ, ਬਿਕੋਜ਼ ਜੋ 2.5 ਸਾਲ ਦੇ ਵੀਜ਼ੇ ਕਰਦੇ ਹੈਗੇ ਆ, ਇਹ ਦੇਖੇ ਜਾਏ 2.5 ਸਾਲ ਕਰਦੇ ਤੁਹਾਨੂੰ 4 ਐਕਸਟੈਂਸ਼ਨਾਂ ਕਰਨੀਆਂ ਪੈਂਦੀਆਂ ਹੈਗੀਆਂ, ਤਾਂ ਐਂਡ ਆਫ ਦ ਡੇ ਤੁਹਾਨੂੰ ਇੱਕ ਇੰਡੈਫਿਨਿਟ ਲੀਵ ਦੀ ਐਪਲੀਕੇਸ਼ਨ ਵੀ ਕਰਨੀ ਪੈਂਦੀ ਹੈ। ਤਕਰੀਬਨ 12,500 ਪਾਉਂਡ ਦੀ ਤੁਹਾਡੀ ਇੱਕ ਬੰਦੇ ਦੀ ਫੀਸ ਲੱਗਦੀ ਹੈਗੀ ਆ ਜੀ, ਤੇ ਉਹਦੇ ਉੱਪਰ ਇੰਗਲਿਸ਼ ਦਾ ਟੈਸਟ। ਤਾਂ ਸ਼ਾਇਦ ਇਹੀ ਇੱਕ ਚੀਜ਼ ਹੈਗੀ ਜੋ ਸਰਕਾਰ ਡਰਦੀ ਹੈਗੀ ਆ, ਗੱਲ ਨੂੰ ਇਸ ਕੈਟੇਗਰੀ ਦੇ ਹਿੰਟ ਆਪਾਂ ਦੇਣ ਲੱਗ ਪਏ ਹੈਗੇ, ਸਾਡੀ ਇੱਕ ਰੈਵਨਿਊ ਸਟਰੀਮ ਬੰਦ ਹੋ ਜਾਣੀ ਹੈਗੀ ਆ ਜੀ। ਜਿਹੜੀ ਚੀਜ਼ ਸਰਕਾਰ ਨੂੰ ਪਤਾ ਐਂਡ ਦੇ ਤੁਹਾਨੂੰ ਕਿ ਮਿਲਣੀ ਹੈਗੀ ਆ, ਤਾਂ ਇੱਕ ਪਾਲਿਸੀ ਹੈਗੀ ਜਿਹਦੇ ਹਿੰਟ ਤੁਹਾਨੂੰ ਮਿਲ ਸਕਦੀ ਹੈ, ਤਾਂ ਕਿਉਂ ਨਹੀਂ ਤੁਹਾਨੂੰ ਦੇਣ ਦਿੰਦੀ ਹੈਗੀ। ਸਰਕਾਰ ਵੀ ਇਸ ਵੱਲੋਂ ਅੜੀ ਕਰਦੀ ਹੈਗੀ ਆ। ਮਗਰ ਮੈਂ ਵੰਸ ਨੇ ਇਹ ਕਹਿੰਦਾ ਹੈਗਾ, ਕੋਰਟ ਆਫ ਅਪੀਲ ਨੇ, ਹਾਈ ਕੋਰਟ ਨੇ ਵੀ, ਤਾਂ ਵੈਸੇ ਵੀ ਕਿ ਦੇਖੀਏ ਯੂਰਪੀਅਨ ਕਾਨੂੰਨ ਦੇ ਹੇਠਾਂ ਜ਼ਬਰਾਨੋ ਦਾ ਪ੍ਰਿੰਸੀਪਲ
ਮਨਜ਼ੂਰ ਹੋ ਚੁੱਕਾ ਹੈਗਾ। ਇਹ ਕਦੇ ਮਿਟੂਗਾ ਨਹੀਂ, ਜਿੱਦਾਂ ਮੈਂ ਕਹੂੰਗਾ ਸਟੇਟਲੈਸ ਦਾ ਜਿੰਨਾ ਤੱਕ ਮੈਂ ਹੈਗਾ ਉਹ ਨਹੀਂ ਮਿਟੂਗਾ। ਸੋ ਡਿਸੀਜਨ ਤੁਹਾਡੀ ਆਪਣੀ ਹੈਗੀ, ਮੈਂ ਫੇਰ ਕਹਿ ਦਿੰਦਾ ਹੈਗਾ ਰਾਈਟਸ ਜੋ ਹੈਗੇ ਆ ਤੁਹਾਨੂੰ ਆਪਣੇ ਹੈਗੇ ਆ। ਹਾਂ ਬਹਿਸ ਲੋਕਾਂ ਨੇ ਕਰਨੀ ਹੈਗੀ ਆ, ਕਰੋ ਜਾਂ ਨਾ ਕਰੋ, ਪਰ ਮੈਂ ਵਨ ਸੈਕਿੰਡ ਇਹ ਕਹੂੰਗਾ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੈ, ਤਾਂ ਤੁਸੀਂ ਡਿਸੀਜਨ ਖੁਦ ਅਪਲਾਈ ਕਰੋ। ਸੋ ਕਮ ਸੇ ਕਮ ਤੁਸੀਂ ਆਪਣੇ ਆਪ ਵੀ ਆਰਗਿਊ ਕਰ ਸਕਦੇ ਆ ਇਹਦਾ ਫਾਇਦਾ ਜਾਂ ਨੈਗੇਟਿਵ ਚੀਜ਼ ਕੀ ਹੈਗੀ ਆ। ਬਿਲਕੁਲ। ਤੇ ਸਟੇਟਲੈਸ ਦੀ ਭਾਈ ਉਹਨਾਂ ਨੇ ਪਹਿਲਾਂ ਗੱਲ ਕੀਤੀ ਵੀ ਹੈ ਤੇ ਦੁਬਾਰਾ ਫੇਰ ਕਹਤਾ ਕਿ ਜਿੰਨਾ ਚਿਰ ਦੁਬਾਰਾ ਨਹੀਂ ਕਾਨੂੰਨ ਲਿਖਿਆ ਜਾਂਦਾ ਸਟੇਟਲੈਸ ਦਾ ਕੁਝ ਨਹੀਂ ਹੋ ਸਕਦਾ, ਠੀਕ ਨਹੀਂ। ਜ਼ਬਰਾਨੋ ਦੇ ਅਧੀਨ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਕੇਸ ਕਰਨਾ ਚਾਹੀਦਾ ਤਾਂ ਜ਼ਰੂਰ ਕਰੋ, ਤੇ ਉਹਦਾ ਫਾਇਦਾ ਨੁਕਸਾਨ ਜਿਹੜਾ ਤੁਸੀਂ ਦੇਖ ਹੀ ਲਿਆ, ਸੁਣ ਹੀ ਲਿਆ। ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਸਾਡੇ ਲਈ ਸਭ ਤੋਂ ਵੱਡਾ ਪੰਗਾ ਤਾਂ ਅੰਗਰੇਜ਼ੀ ਵਾਲਾ ਹੁੰਦਾ, ਉਹਦਾ ਤਾਂ ਟੈਂਟਾ ਹੀ ਖਤਮ ਆ। ਪੈਸੇ ਦੀ ਗੱਲ ਇਹ ਆ ਕਿ ਜੇ 12,000 ਪਾਉਂਡ ਤੁਹਾਡਾ ਬਚਦਾ ਆ ਪਰ ਹੈਡ ਤਾਂ ਇਸ ਤੋਂ ਵੱਡੀ ਸੇਵਿੰਗ ਕੋਈ ਹੋ ਨਹੀਂ ਹੋ ਸਕਦੀ। ਜੇ ਹੁਣ ਇੱਥੇ ਗੱਲ ਕਰੀਏ ਭਾਜੀ ਕਿ ਜਿਹੜਾ ਸਟੇਟਲੈਸ ਦੇ ਅੰਡਰ ਜਿਹੜਾ ਬੱਚਾ ਆ ਉਹਨੂੰ ਸਿਟੀਜ਼ਨਸ਼ਿਪ ਮਿਲੀ ਆ ਤੇ ਮਾਂ-ਬਾਪ ਉਹਦੇ ਅੰਡਰ ਕੇਸ ਕਰਦੇ ਆ, ਤਾਂ ਮੇਰੇ ਖਿਆਲ ਉਹਨਾਂ ਤੋਂ ਕੋਈ ਉੱਦਾਂ ਹੀ ਫਰਕ ਨਹੀਂ ਪੈਣਾ ਹੈਗਾ। ਫੇਰ ਵੀ ਉਹ ਦੁਬਾਰਾ ਸਟੇਟਲੈਸ ਦੇ ਬੱਚੇ ਦੀ ਕੇਅਰਿੰਗ ਦੇ ਅੰਡਰ ਫੇਰ ਵੀ ਉਹਨਾਂ ਨੂੰ ਸਾਰਾ ਕੁਝ ਮਿਲਦਾ ਜਾਣਾ ਹੀ ਹੈਗਾ, ਸਿਟੀਜ਼ਨਸ਼ਿਪ ਵੀ ਮਿਲ ਜਾਣੀ, ਸਾਰਾ ਕੁਝ ਮਿਲ ਜਾਣਾ ਹੈ। ਅਸੀਂ ਪਲੱਸ ਪੁਆਇੰਟ ਪਰ ਕਿ ਜ਼ਬਰਾਨੋ ਦੇ ਕੇਸਾਂ 'ਚ ਕੀ ਹੈਗਾ, ਜ਼ਬਰਾਨੋ ਦੇ ਪ੍ਰਿੰਸੀਪਲ ਸਿਰਫ ਸਟੇਟਲੈਸ ਦੇ ਨਹੀਂ ਹੈਗੇ। ਹੁਣ ਕਈ ਲੋਕ ਹੈਗੇ ਜੋ ਮੈਂ ਕਹੂੰਗਾ ਇੱਥੇ ਆਏ ਹੈਗੇ ਆ ਜੋ ਵਿਆਹ ਦੇ ਬੇਸ 'ਤੇ ਵੀ ਆਏ ਸੀ, ਜਿਵੇਂ ਬੱਚੇ ਹੋ ਚੁੱਕੇ ਹੈਗੇ ਤੇ ਕਿਸੇ ਵਜ੍ਹਾ ਲਈ ਬਿਕਾਜ਼ ਇਨਕਮ ਪੂਰੀ ਨਹੀਂ ਹੋਈ, ਇੰਗਲਿਸ਼ ਟੈਸਟ ਨਹੀਂ ਪਾਸ ਹੋਇਆ ਹੈਗਾ, ਉਹ ਵੀ ਸ਼ਾਇਦ 10 ਸਾਲ ਦੇ ਰੂਟ ਚਲ ਗਏ ਹੈਗੇ ਆ। ਸੋ ਜਿੰਨੇ ਵੀ ਲੋਕ ਜੋ 10 ਸਾਲ ਦੇ ਰੂਟ ਗਏ ਹੈਗੇ ਆ, ਜਿਹਨਾਂ ਕੋਲ 2.5 ਸਾਲ ਲਿਮਿਟਡ ਲੀਵ ਟੂ ਰਿਮੇਨ ਹੈਗੇ ਆ, ਪਹਿਲਾਂ ਉਹਨੂੰ ਹੀ ਮਨਾ ਕੀਤਾ ਸੀ, ਪਹਿਲਾਂ ਉਹਨਾਂ ਨੂੰ ਕਹਿੰਦੇ ਸੀ ਤੁਸੀਂ EU ਅਪੈਂਡਿਕਸ ਦੇ ਹੇਠਾਂ ਤੁਸੀਂ ਜ਼ਬਰਾਨੋ ਦੇ ਕੇਸਿਸ ਨਹੀਂ ਕਰ ਸਕਦੇ। ਤੇ ਜਿਹੜੀ ਐਕਸਾਨੀ ਦਾ ਕੇਸ ਹੋਇਆ ਸੀ ਸਿਰਫ ਉਹਨਾਂ ਨੂੰ ਕਲੈਰੀਫਿਕੇਸ਼ਨ ਸੀ, ਉਹਨਾਂ ਨੂੰ ਗੱਲ ਹੋਈ ਸੀ, ਕਹਿੰਦੇ ਸੀ ਨਹੀਂ ਇਹਨਾਂ ਨੂੰ ਵੀ ਹੱਕ ਹੈਗਾ, ਇਹ ਵੀ ਅਪਲਾਈ ਕਰ ਸਕਦੇ ਆ, ਸਰਕਾਰ ਉਹਨਾਂ ਨੂੰ ਮਨਾ ਨਹੀਂ ਕਰ ਸਕਦੀ ਹੈਗੀ। ਮਨਾ ਕਿ ਕੀਤਾ ਗਿਆ ਹੈਗਾ, ਚਲੋ ਉਹ ਵੀ ਅਪੀਲ ਹੋ ਗਈ ਸੀ ਤਾਂ ਉਹ ਵੀ ਕੋਰਟ ਅਪੀਲ ਹੋ ਚਲ ਗਈ ਸੀ। ਤੇ ਜਦੋਂ ਮੈਂ ਹੁਣ ਸਮਝਾਇਆ ਫਿਰ ਕੀ ਹੋਇਆ, ਫਿਰ ਕੋਰਟ ਅਪੀਲ ਨੇ ਇਹ ਕਿਹਾ ਹੈਗਾ ਨਹੀਂ ਹੋਮ ਆਫਿਸ ਗਲਤ ਸੀ, ਜੋ ਪਹਿਲੀ ਐਪਲੀਕੇਸ਼ਨ ਉਹ ਸਹੀ ਸੀ, ਹੱਕ ਹੈਗਾ ਆ। ਸਿਰਫ ਇਸ਼ੂ ਇਹ ਬਣੀ ਹੈਗੀ ਆ ਸਰਕਾਰ ਹੋਮ ਆਫਿਸ ਉਹਨੇ ਗੱਲ ਕਲੀਅਰ ਨਹੀਂ ਕੀਤੀ ਗਈ ਹੈਗੀ। ਸੋ ਇਹ ਕਾਨੂੰਨ ਹੈਗਾ, ਹੱਕ ਹੈਗਾ ਆ, ਫਿਰ ਤਾਂ ਦੇਣਾ ਚਾਹੀਦਾ ਹੈਗਾ। ਸੋ ਯੈਸ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ, ਉਹ ਵੀ ਕਰ ਸਕਦੇ ਹੈਗੇ ਆ। ਬਾਕੀ ਸਿਰਫ ਆਪਣੀ ਆਪਣੀ ਮਰਜ਼ੀ ਆਪਾਂ ਚਾਹੁੰਦੇ ਕਿ ਕਈ ਵਾਰੀ ਹੁੰਦਾ ਸਾਨੂੰ ਇਹ ਹੈਗਾ ਸਾਨੂੰ ਸਭ ਕੁਝ ਅੱਜ ਹੀ ਚਾਹੀਦਾ ਹੈਗਾ, ਤੇ ਜ਼ਬਰਾਨੋ ਦੇ ਕੇਸ ਜੋ ਕਰਦੇ ਹੈਗੇ ਆ ਟਾਈਮ ਤਾਂ ਲੱਗਣਾ ਹੈਗਾ, ਬਿਕਾਜ਼ ਐਕਟ ਐਪਲੀਕੇਸ਼ਨ ਪਾਉਣ ਦੇ ਵਕਤ ਉਹਨਾਂ ਆਪਣੇ ਪਾਸਪੋਰਟ BRP ਕਾਗਜ਼ ਵੀ ਜਮ੍ਹਾਂ ਕਰਾਉਣੇ ਹੈਗੇ ਆ, ਵਾਪਸ ਆ ਜਾਂਦੇ ਹੈਗੇ ਪਰ ਆਉਂਦੇ ਜਦੋਂ ਤੁਹਾਡੇ ਕੱਲ੍ਹ ਨੂੰ BRP ਹੋਣੇ ਹੈਗੇ। ਤੇ ਮੈਂ ਆਪਣੇ ਕੇਸਿਸ ਵੱਲ ਦੇਖਾਂ ਤਕਰੀਬਨ 3-4 ਮਹੀਨੇ ਤੱਕ ਰੱਖਦੇ ਹੈਗੇ ਆ, ਮਗਰ ਤੁਸੀਂ ਪੱਲੂ ਵੀ ਮੰਗਣਾ ਚਾਹੁੰਦੇ ਵਾਪਸ ਮੰਗ ਵੀ ਸਕਦੇ ਆ। ਪਰ ਬਹੁਤ ਲੋਕਾਂ ਨੂੰ ਮੈਂ ਇਹ ਸੁਣਿਆ ਹੈਗਾ ਆਪਾਂ ਇੰਡੀਆ ਜਾਣਾ ਹੈਗਾ, ਸਾਨੂੰ ਜਾਂ ਕੰਮ ਲਈ ਲੋੜ ਹੈਗੀ ਆ, ਸੋ ਕਈ ਨਾ ਕੋਈ ਰਿਸਟ੍ਰਿਕਸ਼ਨ ਜਿਹਦੇ ਵਾਸਤੇ ਉਹ ਪਾਸਪੋਰਟ ਨਹੀਂ ਜਮ੍ਹਾਂ ਕਰਵਾਉਣਾ ਚਾਹੁੰਦੇ, ਮਗਰ ਇਹ ਕਿਸੇ ਚੀਜ਼ ਦਾ ਫਾਇਦਾ ਉਠਾਉਣਾ ਹੈਗਾ ਤੁਹਾਨੂੰ ਥੋੜ੍ਹੀ ਜਿਹੀ ਤਕਲੀਫ ਤਾਂ ਮੈਂ ਕਹਿਣਾ ਸਹਿਣੀ ਪਊਗੀ। ਕਿਉਂਕਿ ਮਿੰਟ ਰਹਿ ਗਏ 4 ਤੇ ਭਾਜੀ ਹੁਣਾਂ ਨੇ ਜਾਣੀ ਆ ਉਡਾਰੀ ਮਾਰ ਕੈਲੀ ਇੰਗਲੈਂਡ ਤੋਂ ਇੰਡੀਆ ਨੂੰ, ਤੇ ਇਹਦੇ ਬਾਰੇ ਥੋੜੀ ਬਹੁਤੀ ਗੱਲਬਾਤ ਕਰ ਲੈਂਦੇ ਕਿਉਂਕਿ ਭਾਜੀ ਹੁਣੀ ਇੰਡੀਆ ਨੂੰ ਜਾ ਰਹੇ ਆ, ਸਪੈਸ਼ਲੀ ਕੀ ਕਰਨ ਜਾ ਰਹੇ ਆ। ਇਹ ਤੋਂ ਸਭ ਤੋਂ ਪਹਿਲਾਂ ਤਾਂ ਭਾਜੀ ਅਚਾਨਕ ਇੰਡੀਆ ਦਾ ਦੌਰਾ ਕੀ ਹੋਇਆ ਕਿ ਲੰਬਾ ਸਮਾਂ ਹੋ ਗਿਆ ਇੰਡੀਆ ਨੂੰ ਗਿਆ ਨੂੰ, ਤਾਂ ਕਰਕੇ ਕੋਈ ਸਪੈਸ਼ਲ ਓਕੇਜ਼ਨ ਹੈ ਜਾਂ ਕੀ ਆ? ਨਹੀਂ ਵੈਸੇ ਕਹਿੰਦੇ ਨਾ ਪੰਜਾਬ ਨੂੰ ਤਾਂ ਰੈਗੂਲਰਲੀ ਤਾਂ ਮੈਂ ਜਾਣਦਾ ਸੀ ਐਵਰੀ 6 ਵੀਕਸ to 8 ਵੀਕਸ ਨਾ, ਤਾਂ 2 ਸਾਲ ਤੋਂ ਉੱਪਰ ਹੋ ਕੇ ਗਏ ਨੂੰ, ਤਾਂ ਕੀ ਕਹਿੰਦੇ ਮਿੱਟੀ ਵਾਜਾ ਮਾਰਦੀ ਦਿਲ ਤੇ ਮੇਰਾ ਵੀ ਕਰਦਾ ਜਾ ਕੇ ਆਪਣੇ ਚਲੋ ਦਫ਼ਤਰ ਵੀ ਉੱਥੇ ਸਾਡੇ ਹੈਗੇ ਆ ਉਹਨਾਂ ਦਾ ਵੀ ਦੇਖੀਏ, ਤਾਂ ਚਲੋ ਸਾਡੇ ਉੱਥੇ ਵੀ ਸੋਸ਼ਲ ਸਰਕਲ ਹੈਗਾ, ਪਰ ਜੀ ਬਹੁਤ ਕਰਦਾ ਪੰਜਾਬ ਜਾਣ ਵਾਸਤੇ, ਹਰ ਇੱਕ ਮੈਂ ਕਹਿੰਦਾ ਪੰਜਾਬੀ ਨੂੰ ਜੀ ਕਰਦਾ ਹੁੰਦਾ ਜਾਣ ਵਾਸਤੇ। ਇਨਫੈਕਟ ਮੇਰੇ ਆਪਣੇ ਖੁਦ ਦੇ ਜਿੰਨੇ ਵੀ ਕਲਾਇੰਟਸ ਹੈਗੇ ਸਟੇਟਲੈਸ ਵਾਲੇ ਹੈਗੇ ਸਾਰੇ ਕਹਿੰਦੇ ਛੇਤੀ ਛੇਤੀ ਸਾਨੂੰ ਪਾਸਪੋਰਟ ਤੇ ਮਿਲ ਜਾਏ ਆਪਾਂ ਵੀ ਵਾਪਸ ਜਾਈਏ। ਸੋ ਯੈਸ ਕੰਮ ਵੀ ਹੈਗਾ ਤਾਂ ਪਰਸਨਲ ਚੀਜ਼ਾਂ ਵੀ ਹੈਗੀਆਂ, ਮਗਰ ਮੇਨ ਮਕਸਦ ਕੀ ਹੈਗਾ ਹੁਣ ਸਾਨੂੰ ਪਤਾ ਹੈਗਾ UK ਦੇ ਵਿੱਚ ਵਰਕ ਪਰਮਿਟਸ Tier 2 ਦੇ ਹਿੰਟ ਆ, ਸਪੈਸ਼ਲੀ ਜੋ ਸਟੂਡੈਂਟਸ ਆਏ ਹੈਗੇ ਉਹਨਾਂ ਤੋਂ ਜ਼ਿਆਦਾ ਹੀ ਪਤਾ ਹੈਗਾ। ਇੱਥੇ ਹੁਣ ਵੱਡੀ ਡਿਮਾਂਡ ਹੈਗੀ ਆ ਸਾਡੇ ਨਰਸਿਸ, ਕੇਅਰ ਵਰਕਰਸ, ਸੀਨੀਅਰ ਕੇਅਰ ਵਰਕਰਸ, ਕੰਸਟਰਕਸ਼ਨ ਦੇ ਵਿੱਚ ਰਿਗ ਵਰਕਰਸ, ਕਾਰਪੈਂਟਰਸ ਹੋ ਗਏ, ਕੰਕਰੀਟ ਫਿਨਿਸ਼ਰਸ ਹੋ ਗਏ, ਸਰਵੇਅਰ ਸਾਡੇ ਹੋ ਚੁੱਕੇ, ਕੁਆਂਟਿਟੀ ਸਰਵੇਅਰਸ ਹੈਗੇ। ਸੋ ਬਹੁਤ ਵੱਡੀ ਡਿਮਾਂਡ ਹੁਣ ਹੋ ਚੁੱਕੀ ਹੈਗੀ ਇੱਥੇ UK ਦੇ ਵਿੱਚ ਇੱਕ ਵਰਕ ਪਰਮਿਟ Tier 2 ਦੇ ਵਿੱਚ, ਤਾਂ ਉਹਦੇ ਵਾਸਤੇ ਸਾਨੂੰ ਹੁਣ ਇੰਪਲੋਇਜ਼ ਆ ਰਹੇ ਹੈਗੇ ਆ ਜਿਹਨਾਂ ਕੋਲ ਕੰਟਰੈਕਟਸ ਹੈਗੇ ਆ ਸਰਕਾਰ ਵੱਲੋਂ। ਉਹ ਬੇਸ਼ੱਕ ਆਪਾਂ HS2 ਦੀ ਗੱਲ ਕਰਦੇ ਹੈਗੇ ਆ, ਆਪਾਂ NHS ਦੀ ਗੱਲਾਂ ਕਰਦੇ ਹੈਗੇ ਆ, ਆਪਾਂ ਪ੍ਰਾਈਵੇਟ ਕੇਅਰ ਹੋਮਸ ਦੀ ਗੱਲਾਂ ਕਰਦੇ ਹੈਗੇ ਆ, ਮਗਰ ਪ੍ਰੋਬਲਮ ਇਹ ਪੈ ਰਹੀ ਹੈਗੀ ਆ ਉਹ ਜੋ ਵਰਕਰ ਜੋ ਹੈਗੇ ਆ ਮੈਜੋਰਟੀ ਜੋ ਹੈਗੇ ਆ ਉਹ ਜਾਂ ਬਾਹਰਲੇ ਮੁਲਕਾਂ 'ਚ ਆ। ਆਪਾਂ ਦੇਖ ਲਈਏ ਸ਼੍ਰੀਲੰਕਾ ਹੋ ਗਿਆ, ਬੰਗਲਾਦੇਸ਼ ਹੋ ਗਿਆ, ਇੰਡੀਆ ਹੋ ਗਿਆ, ਤਾਂ ਮੈਂ ਵੀ ਚਾਹੁੰਦਾ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਕਿ ਸਾਨੂੰ ਮੌਕਾ ਹੈ ਕਿ ਸਾਡੇ ਪੰਜਾਬੀਆਂ ਨੂੰ ਵੀ ਮਿਲ ਜਾਏ, ਕਮ ਸੇ ਕਮ ਉਹਨੂੰ ਵੀ ਇੱਕ ਸਹੀ ਰਸਤਾ ਮਿਲ ਜਾਏ ਇੱਥੇ ਆਉਣ ਵਾਸਤੇ। ਬਿਕੋਜ਼ ਅੱਜ ਦੇ ਵਕਤ ਕੀ ਹੋਏਗਾ ਬਹੁਤ ਜੋ ਵਰਕ ਪਰਮਿਟਸ ਇਸ਼ੂ ਹੋ ਰਹੇ ਹੈਗੇ ਉਹਦਾ ਵੀ ਫਾਇਦਾ ਉਠਾ ਰਹੇ ਹੈਗੇ ਆ, ਵਿੱਚੋਂ ਕੰਸਲਟੈਂਟਸ, ਏਜੰਟਸ ਵੀ, ਕਈ ਇੰਪਲੋਇਜ਼ ਵੀ ਜ਼ਿਆਦਾ ਫਾਇਦਾ ਉਠਾ ਰਹੇ, ਮਗਰ ਨਾਲ ਦੀ ਨਾਲ ਬਹੁਤ ਚੰਗੇ ਵੀ ਏਜੰਸੀਜ਼ ਹੈਗੇ ਆ
ਜੋ ਐਕਚੁਅਲੀ ਜੈਨੂਇਨ ਚਾਹੁੰਦੇ ਹੈਗੇ ਆ ਵਰਕਰਸ ਇੱਥੇ ਆਉਣ ਵਾਸਤੇ, ਟਾਇਰ 2 ਦੇ ਹਿੰਟ ਉਹ ਬੇਸ਼ੱਕ ਨਰਸਿਸ, ਕੇਅਰ ਵਰਕਰਸ, ਸੀਨੀਅਰ ਕੇਅਰ ਵਰਕਰਸ, ਕੰਸਟਰਕਸ਼ਨ ਵਰਕਰਸ ਵੀ ਕਿੰਨਾ। ਸੋ ਮੈਨੂੰ ਬਹੁਤ ਆਏ ਹੈਗੇ ਆ ਰਿਕੁਐਸਟ, ਸਾਨੂੰ ਇੰਡੀਆ ਤੋਂ ਲੈ ਕੇ ਇੱਥੇ ਆਉਣ ਦੀ ਕੋਸ਼ਿਸ਼ ਕਰੋ। ਸੋ ਉਹਦੇ ਵਾਸਤੇ ਆਪਾਂ ਇੱਕ ਸੈਮੀਨਾਰ ਕਰਵਾਉਣਾ ਹੈਗਾ, 2 ਡੇਟਾ ਸੈੱਟ ਕੀਤੀਆਂ ਹੈਗੀਆਂ, ਇੱਕ ਚੰਡੀਗੜ੍ਹ ਦੇ ਵਿੱਚ, ਇੱਕ ਜਲੰਧਰ ਦੇ ਵਿੱਚ, ਜਿਹਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਹੈਗੀ ਰਿਕਰੂਟਰਸ ਦੇ ਨਾਲ ਜਾ ਕੇ ਔਨ ਦਾ ਸਪੌਟ ਜਿਹਦੇ ਕਿ ਕੁਆਲੀਫਾਈਡ ਨਰਸਿਸ, ਕੇਅਰ ਵਰਕਰਸ, ਕੰਸਟਰਕਸ਼ਨ ਵਰਕਰਸ ਹੈਗੇ ਆ, ਉਹਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰੀਏ। ਇਨ ਐਡਵਾਂਸ CVs ਆਪਾਂ ਸਕਾਈਪ ਇੰਟਰਵਿਊਜ਼ ਕਰਨ ਦੀ ਕੋਸ਼ਿਸ਼ ਕਰਨੀ ਹੈਗੀ। ਸੋ ਕਮ ਸੇ ਕਮ ਸਾਡਾ ਇਨੀਸ਼ੀਅਲ ਅਸੈਸਮੈਂਟ ਹੋ ਜੇ, ਪਰ ਮੇਨ ਮਕਸਦ ਸਾਡਾ ਜਾਣ ਵਾਸਤੇ ਤਾਂ ਇਹੀ ਹੋਣਾ ਹੈਗਾ, ਰਿਕਰੂਟਮੈਂਟ ਫॉर ਟਾਇਰ 2 ਵਰਕਰਸ ਜੋ ਇੰਡੀਆ ਅੱਗੇ ਆਉਣਾ ਚਾਹੁੰਦੇ ਹੈਗੇ ਇਨ ਦਾ ਕੇਅਰ ਇੰਡਸਟਰੀ ਤੇ ਨਾਲ ਕੰਸਟਰਕਸ਼ਨ ਇੰਡਸਟਰੀ। ਤੇ ਬਿਲਕੁਲ 29 ਆਫ ਮਾਰਚ ਨੂੰ ਹੋਣਗੇ ਭਾਜੀ ਹੁਣੀ ਚੰਡੀਗੜ੍ਹ ਦੇ ਵਿੱਚ ਤੇ 2 ਤਰੀਕ ਨੂੰ ਜਲੰਧਰ। ਤੇ ਗੱਲ ਇਹ ਆ ਕਿ ਜਾਣ ਤੋਂ ਪਹਿਲਾਂ ਹੋਪਫੁਲੀ ਆਪਾਂ ਸਪੈਸ਼ਲੀ ਇੱਕ ਪ੍ਰੋਗਰਾਮ ਰੱਖਾਂਗੇ ਕਿ ਕੀ ਕਰ ਸਕਦੇ ਆ, ਤੇ ਭਾਜੀ ਹੁਣਾਂ ਦੇ ਪਹੁੰਚਣ ਤੋਂ ਪਹਿਲਾਂ ਤੁਹਾਡੀਆਂ ਰਿਕੁਆਇਰਮੈਂਟਸ ਕੀ ਹੈਗੀਆਂ ਆ, ਕੀ ਤੁਹਾਨੂੰ ਚਾਹੀਦਾ ਹੈਗਾ, ਕੀ ਆਫਿਸ ਦੇ ਵਿੱਚ ਲੈ ਕੇ ਪਹੁੰਚਣਾ, ਕਿਉਂਕਿ ਲਿਮਿਟਡ ਜਿਹਾ ਟਾਈਮ ਆ ਤੇ ਭਾਜੀ ਹੁਣਾਂ ਦਾ ਟਾਈਮ ਨਾ ਖਰਾਬ ਹੋਵੇ ਤੇ ਤੁਸੀਂ ਵੀ ਨਿਰਾਸ਼ ਨਾ ਹੋਵੋ। ਇਹਨਾਂ ਚੀਜ਼ਾਂ ਦਾ ਆਪਾਂ ਜ਼ਰੂਰ ਖਿਆਲ ਰੱਖਣਾ ਹੈਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਿਹਾ ਅਗਲੀ ਵੀਕ ਤਾਂ ਭਾਜੀ ਹੁਣੀ ਕਿਤੇ ਨਾ ਕਿਤੇ ਜਾ ਰਹੇ ਬਰਥਡੇ ਮਨਾਉਣ। ਭਾਜੀ ਤੁਹਾਨੂੰ ਹੈਪੀ ਬਰਥਡੇ ਨਾਲ ਦੀ ਨਾਲ KTV ਦੀ ਸਾਰੀ ਟੀਮ ਵੱਲੋਂ ਤੇ ਸਾਡੇ ਸਾਰੇ ਦਰਸ਼ਕਾਂ ਵੱਲੋਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਕਿਉਂਕਿ ਅਗਲੇ ਸਾਲ ਮਾਰਾਂਗੇ ਹਾਫ ਸੈਂਚਰੀ ਭਾਜੀ ਹੁਣਾਂ ਵਾਲੀ, ਤੇ ਇਸ ਸਾਲ ਇੱਦਾਂ ਹੀ ਥੋੜਾ ਮੋਟਾ ਕੇਕ ਕੱਟ ਕੇ ਆਪੇ ਕਰ ਲੈਂਦੇ ਆ। ਤੇ ਪ੍ਰੋਗਰਾਮ ਦੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ ਕੁਛ ਬੋਲ ਗਏ ਹੋਈਏ ਉਹਦੇ ਲਈ ਹੱਥ ਜੋੜ ਕੇ ਮਾਫੀ ਤੁਸੀਂ ਰੱਖਿਓ। ਆਪੋ ਆਪਣਾ ਖਿਆਲ, ਤੇ ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।